ਜੇ ਹੋਏ ਸੰਧਿਆ ਵੇਲੇ ਤੇ ਦੀਵਾਨਾਂ ਦੇ ਅੰਦਰ ਵਡਭਾਗੀ ਜਨਾਂ ਨੇ ਸੋਦਾਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਆਰਤੀ ਆਰਤਾ ਦੇ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਅਮਰਤਮੈ ਕੀਰਤਨ ਗੁਰੂ ਘਰ ਦੇ ਰਾਗੀ ਸਿੰਘਾਂ ਦੇ ਰਸਨਾ ਪਾਸੋਂ ਸ਼ਰਵਣ ਕਰਕੇ ਅਤਿਅੰਤ ਸ੍ਰੇਸ਼ਟ ਲਾਹਾ ਪ੍ਰਾਪਤ ਕੀਤਾ ਹੈ। ਸੋ ਹੁਣ ਗੁਰਮਤਿ ਅਤੇ ਜਥੇ ਦੀ ਮਰਿਆਦਾ ਦੇ ਅਨੁਸਾਰ ਸੰਧਿਆ ਸਮੇਂ ਦੀ ਕਥਾ ਵਿਚਾਰ ਕਰਨ ਦਾ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੋ ਜਿਸ ਪ੍ਰਕਾਰ ਆਪ ਸਾਰੇ ਸਿੰਘਾਂ ਦੇ ਹਿਰਦਿਆਂ ਦੇ ਵਿੱਚ ਇਹ ਗੱਲ ਵਿਦਿਤ ਹੈ, ਦਮਦਮੇ ਟਕਸਾਲ ਦੇ ਅਤੀ ਸਤਿਕਾਰਯੋਗ ਪੁਰਾਤਨ ਤਤ ਬੇਤੇ ਮਹਾਂਪੁਰਸ਼ ਉਸਤਾਦ ਭਾਈ ਸੁੱਚਾ ਸਿੰਘ ਜੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਸਿੰਘ ਭਗਤ ਜੀ ਕਿਹਾ ਕਰਦੇ ਸੀ, ਬੜੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਵਿਦਿਆਰਥੀ, ਉਹ ਸਾਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ ਸੱਚਖੰਡ ਜਾਣ ਦੇ ਸਾਧ ਸੰਗਤ ਜੀ। ਇਸ ਸੰਬੰਧ ਦੇ ਵਿੱਚ ਜੋ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਜੈਸਰੀ ਦੇ ਵਾਰ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਵਿਚਾਰ, ਇਸੇ ਪ੍ਰਕਾਰ ਸੰਧਿਆ ਦੇ ਦੀਵਾਨਾਂ ਦੇ ਵੇਲੇ ਪਾਵਨ ਸੰਸਕ੍ਰਿਤੀ ਸ਼ਲੋਕਾਂ ਦੀ ਕਥਾ ਵਿਚਾਰ ਸਾਧ ਸੰਗਤ ਦੀ ਆਰੰਭ ਕੀਤੀ ਗਈ ਹੈ। ਸੁਲਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ। ਅਰਦਾਸ ਬੇਨਤੀ ਕਰੀਏ ਕਿ ਨਿਰਵਿਘਨਤਾ ਸਹਿਤ ਗੁਰੂ ਪਾਤਸ਼ਾਹ ਜੀ ਆਪ ਸਹਾਈ ਹੋ ਕਰਕੇ ਕਥਾ ਵਿਚਾਰ ਦਾ ਭੋਗ ਪਾਉਣ। ਸੋ ਇਹ ਸਾਧ ਸੰਗਤ ਜੀ ਉਪਰਾਲਾ ਵਿਦਿਆਰਥੀ ਸਿੰਘਾਂ ਵੱਲੋਂ ਰਲ ਕਰਕੇ ਉਸਤਾਦ ਭਾਈ ਸੁੱਚਾ ਸਿੰਘ ਜੀ ਦੀ ਅੰਤਮ ਸੰਸਕਾਰ ਦੀ ਜੋ ਮਰਿਆਦਾ ਹੈ, ਉਸ ਨੂੰ ਨਿਭਾਉਂਦਿਆਂ ਹੋਇਆ ਸਾਧ ਸੰਗਤ ਕੀਤਾ ਗਿਆ ਹੈ। ਜਿਵੇਂ ਆਪ ਜੀ ਨੇ ਸਵੇਰੇ ਜੈਸਰੀ ਦੀ ਵਾਰ ਦੀ ਸ਼ਲੋਕਾਂ ਦੀ ਕਥਾ ਵਿਚਾਰ ਸਰਵਣ ਕੀਤੀ, ਹੁਣ ਗੁਰੂ ਪਾਤਸ਼ਾਹ ਦੀ ਕਿਰਪਾ ਰਹਿਮਤ ਕਰ ਰਹੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦੇ ਵੱਲੋਂ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਪਾਵਨ ਪਵਿੱਤਰ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਲੋਕਾਂ ਦੀ ਕਥਾ ਵਿਚਾਰ ਕਰਾਂਗੇ। ਸੋ ਜਿਸ ਤਰ੍ਹਾਂ ਆਪ ਜੀ ਨੇ ਹੁਣੇ ਪਹਿਲੀਆਂ ਪੰਕਤੀਆਂ ਦਾ ਜਾਪ ਗੁਰਬਾਣੀ ਦਾ ਸਰਵਣ ਕੀਤਾ ਹੈ, ਇਹ ਸਾਧ ਸੰਗਤ ਜੀ ਪਹਿਲੇ 4 ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਨ। ਇਹਨਾਂ 4 ਸ਼ਲੋਕਾਂ ਨੂੰ ਪੁਰਾਤਨ ਜਥੇ ਦੇ ਵਿਦਿਆਰਥੀ ਸਿੰਘ ਚਤੁਰ ਸ਼ਲੋਕੀ ਗੀਤਾ ਕਹਿ ਕਰਕੇ ਵੀ ਇਸ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ। ਜਿਵੇਂ ਗੀਤਾ ਜੋ ਭਗਵਾਨ ਕ੍ਰਿਸ਼ਨ ਜੀ ਨੇ ਲਿਖੀ ਹੈ, ਉਸਦੇ 7 ਸ਼ਲੋਕ ਨੇ, ਇਸ ਦੇ 4 ਸ਼ਲੋਕ ਹਨ। ਇਸ ਨੂੰ ਇਸ ਕਰਕੇ ਚਤੁਰ ਸ਼ਲੋਕੀ ਗੀਤਾ ਵੀ ਕਿਹਾ ਜਾਂਦਾ ਹੈ ਇਹਨਾਂ 4 ਸ਼ਲੋਕਾਂ ਨੂੰ। ਸੋ ਸਭ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਸਾਧ ਸੰਗਤ ਜੀ ਦਾ ਸਰਵਣ ਕਰਨਾ ਅਤੀ ਜ਼ਰੂਰੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਕਲਯੁਗੀ ਜੀਵਾਂ ਦਾ ਉਧਾਰ ਕਰਨ ਹਿਤ ਪ੍ਰਗਟ ਹੋਏ। ਸਵੈਮ ਅਕਾਲ ਪੁਰਖ ਪਰਮੇਸ਼ਰ ਨੇ ਧਰਤੀ ਤੇ ਸਰੂਪ ਧਾਰਨ ਕੀਤਾ। ਗੁਰਬਾਣੀ ਦੇ ਕਥਨ ਅਨੁਸਾਰ ਪਾਠ ਸਾਹਿਬਾਨ ਆਪ ਕਥਨ ਕਰਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ। ਕਲਾ ਤੋਂ ਭਾਵ ਆਪ ਪਰਮੇਸ਼ਰ ਕਲਾ ਇੱਕ ਸਰੀਰ ਕਾਇਆ ਧਾਰ ਕਰਕੇ ਧਰਤੀ ਤੇ ਆਉਣਾ ਕੀਤੀ। ਜਦੋਂ ਸਾਧ ਸੰਗਤ ਦੀ ਕਾਂਸ਼ੀ ਦੇ ਵਿੱਚ ਬਹੁਤੇ ਪਾਪ ਵੱਧ ਗਏ, ਕਹਾ ਪਇਓ ਜਪੈ ਕਲਵੰਤਰ ਲਿਓ ਕਾਂਸੀ ਬੀਚ, ਚੋਰ ਚੋਰ ਚੋਰਤਾ ਕੁਠਾਰਨ ਸੋ ਮਾਰੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਥਾ ਜਿਹੜੀ ਕਾਂਸ਼ੀ ਦਾ ਜ਼ਿਕਰ ਪਾਵਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਕਾਂਸ਼ੀ ਦੇ ਵਿੱਚ ਅਨੇਕਾਂ ਪਖੰਡ ਕਰਮ ਹੋਣ ਲੱਗੇ, ਬੜੇ ਕਰਮ ਕਾਂਡ ਹੋਣ ਲੱਗ ਪਏ। ਕਈ ਲੋਕ ਮਨਮਤ ਕਰਨ ਲੱਗੇ, ਗੰਗਾ ਦੇ ਜਾ ਕਰਕੇ ਆਤਮ ਹੱਤਿਆ ਕਰ ਲੈਣੀ, ਗੰਗਾ ਦੀਆਂ ਲਹਿਰਾਂ ਵਿੱਚ ਡੁੱਬ ਕੇ ਮਰ ਜਾਣਾ। ਇਸ ਕਰਕੇ ਉੱਥੋਂ ਦੀ ਧਰਤੀ ਬੜੀ ਸਾਧ ਸੰਗਤ ਜੀ ਪੁਕਾਰਾਂ ਕਰਨ ਲੱਗੀ, ਬੇਨਤੀਆਂ ਕਰਨ ਲੱਗੀ ਕਿ ਇਹ ਪਰਮੇਸ਼ਰ ਦੇ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੋ, ਇੱਥੇ ਚਰਨ ਪਾਓ। ਪਾਪਾਂ ਦੇ ਨਾਲ ਵਿਆਕੁਲ ਹੋਈ ਧਰਤੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਦੀ ਬੇਨਤੀ ਕੀਤੀ। ਗੰਗਾ ਨੇ ਪੁਕਾਰ ਕੀਤੀ ਕਿ ਮਹਾਰਾਜ ਮੇਰੇ ਵਿੱਚ ਲੋਕ ਅਤਿਅੰਤ ਪਾਪੀ ਜਨ ਆ ਕਰਕੇ ਇਸ਼ਨਾਨ ਕਰਦੇ ਨੇ ਤੇ ਆਪਣੇ ਪਾਪ ਉਤਾਰਦੇ ਨੇ। ਇੱਕ ਧਿਆਨ ਦੇਣ ਦੀ ਗੱਲ ਹੈ, ਜਿਹੜੀਆਂ ਸੰਸਾਰ ਦੀਆਂ ਸਾਧ ਸੰਗਤ ਦੀ ਪਵਿੱਤਰ ਨਦੀਆਂ ਮੰਨੀਆਂ ਗਈਆਂ ਹਨ, ਇਹਨਾਂ ਦੇ ਬਾਰੇ ਕਥਨ ਹੈ ਕਿ ਜਿਹੜੇ ਸਾਧ ਸੰਗਤ ਸੰਸਾਰ ਦੇ ਲੋਕ
ਇੱਥੇ ਆ ਕਰਕੇ ਇਸ਼ਨਾਨ ਕਰਕੇ ਆਪਣੇ ਪਾਪ ਲਾਉਂਦੇ ਹੈ। ਪਰ ਇਹਨਾਂ ਨਦੀਆਂ ਦੇ ਪਾਪ ਕਦੋਂ ਲੈਂਦੇ ਹੈ? ਜਦੋਂ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਸਾਧੂ ਮਹਾਤਮਾ ਜਨ ਮਹਾਂਪੁਰਸ਼ ਇਹਨਾਂ ਦੇ ਚਰਨ ਪਾਉਂਦੇ ਆ ਨਾ, ਉਦੋਂ ਇਹਨਾਂ ਦੇ ਸਾਧ ਸੰਗਤ ਜੀ ਪਾਪ ਜਿਹੜੇ ਆ ਪਾਪ ਹੁੰਦੇ ਆ ਉਹ ਲੈ ਜਾਂਦੇ ਆ। ਜਿਹੜੇ ਪਾਪਾਂ ਦੀ ਮੈਲ ਇਹਨਾਂ ਵਿੱਚ ਭਰੀ ਹੁੰਦੀ ਹੈ ਉਹ ਲੈ ਜਾਂਦੇ। ਇਸ ਕਰਕੇ ਜਿਤਨੇ ਵੀ ਤੀਰਥ ਹਨ ਇਹ ਸਾਰੇ ਹੀ ਸਾਧੂ ਮਹਾਤਮਾ ਮਹਾਂਪੁਰਸ਼ਾਂ ਦੀ ਧੂੜੀ ਨੂੰ ਲੋਚਦੇ ਹਨ। ਗੁਰਬਾਣੀ ਦੇ ਅਨੁਸਾਰ ਸਾਧ ਸੰਗਤ ਜੀ ਇਹ ਤੀਰਥਾਂ ਦੀ ਪੁਕਾਰ ਹੁੰਦੀ ਹੈ। ਇਸੇ ਤਰ੍ਹਾਂ ਕਾਸ਼ੀ ਦੀ ਪੁਕਾਰ ਕੀਤੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਸ਼ੀ ਵਿੱਚ ਗਏ। ਧਿਆਨ ਦੇ ਨਾਲ ਅਤੇ ਇਕਾਗਰਤਾ ਦੇ ਨਾਲ ਸਾਧ ਸੰਗਤ ਜੀ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਵਿਚਾਰ ਸਰਵਣ ਕਰਨੀ ਚਾਹੀਦੀ ਹੈ। ਇਹ ਪੁਰਾਤਨ ਜਨਤੀ ਦੀ ਮਰਿਆਦਾ ਸੀ ਕਿ ਜਦੋਂ ਵੀ ਸਾਧ ਸੰਗਤ ਜੀ ਜਨਤੇ ਦੇ ਵਿੱਚ ਸ਼ਲੋਕਾਂ ਦੀ ਕਥਾ ਵਿਚਾਰ ਹੋਣੀ ਤੇ ਬੜੇ ਸਿੰਘਾਂ ਨੇ ਬੜੇ ਚਾਅ ਦੇ ਨਾਲ, ਕਿਉਂਕਿ ਮਹਿੰਗੀ ਗੁਰਬਾਣੀ ਹੈ, ਇਸ ਕਰਕੇ ਜਿਸ ਗੁਰਬਾਣੀ ਦੇ ਸਾਧ ਸੰਗਤ ਜੀ ਉਚਾਰਨ ਕਰਕੇ ਕਈ ਵਾਰ ਬੜੀਆਂ ਗਲਤੀਆਂ ਹੁੰਦੀਆਂ, ਪਤਾ ਨਹੀਂ ਲੱਗਦਾ। ਫਿਰ ਜਿਸ ਗੁਰਬਾਣੀ ਦੇ ਅੰਕ ਪਤਾ ਲੱਗ ਜਾਣ ਉਹ ਸਾਧ ਸੰਗਤ ਜੀ ਪੜ੍ਹਨੇ ਮਾਤਰ ਸਮਝਣੇ ਮਾਤਰ ਸਰਲ ਹੋ ਜਾਂਦੀ ਹੈ। ਇਸ ਕਰਕੇ ਸਿੰਘ ਸਾਧ ਸੰਗਤ ਜੀ ਬੜੇ ਚਾਅ ਦੇ ਨਾਲ ਇਕਾਗਰਤਾ ਦੇ ਨਾਲ ਦੇ ਸ਼ਲੋਕਾਂ ਦੀ ਕਥਾ ਵਿਚਾਰ ਸਰਵਣ ਕਰਿਆ ਕਰਦੇ ਸੀ। ਤੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਦੀ ਧਰਤੀ ਤੇ ਗਏ। ਕਾਂਸ਼ੀ ਦੀ ਧਰਤੀ ਤੇ ਜਾ ਕਰਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਇਹਨਾਂ 4 ਸ਼ਲੋਕਾਂ ਦਾ ਸਾਧ ਸੰਗਤ ਜੀ ਕੀਰਤਨ ਕੀਤਾ। ਭਾਈ ਮਰਦਾਨਾ ਜੀ ਨੇ ਕੀਰਤਨ ਦੀ ਸਮਾਪਤੀ ਹੋਈ। ਵੇਖਿਆ ਕਿ ਸਾਧ ਸੰਗਤ ਜੀ ਬੜੇ ਜ਼ਿਆਦਾ ਪੰਡਤ ਵਿਦਵਾਨ ਇਕੱਠੇ ਹੋ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਆਏ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਸੀ ਗੋਪਾਲ ਦਾਸ। ਬੜਾ ਭਾਰੀ ਵਿਦਵਾਨ ਪੰਡਤ ਸੀ। ਇਸ ਨੇ ਭਗਤ ਪੁਰਾਣ ਪੜ੍ਹਿਆ ਹੋਇਆ ਸੀ। ਇਸ ਨੇ ਜਾਣਿਆ ਸੀ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਦੇ ਅਵਤਾਰੀ ਪੁਰਖ ਹਨ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋਣਗੇ। ਉਹ ਕਾਂਸ਼ੀ ਦੀ ਧਰਤੀ ਤੇ ਆਏ ਹਨ। ਜਦੋਂ ਇਹ ਜਾਣਿਆ ਤੇ ਸਾਧ ਸੰਗਤ ਜੀ ਉਹਨਾਂ ਦੇ ਨਾਲ ਚਰਚਾ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਗਿਆ। ਬੜੇ ਗਿਆਨੀ ਪੰਡਿਤ ਵਿਦਵਾਨ ਨਾਲ ਲੈ ਕਰਕੇ ਇਹਨਾਂ ਲੋਕਾਂ ਨੂੰ ਪੜ੍ਹੇ ਹੋਏ ਵਿਦਵਾਨ ਸਾਧ ਸੰਗਤ ਜੀ ਵਿਦਾਨ ਦਾ, ਵੇਦਾਂ ਦਾ, ਸ਼ਾਸਤਰਾਂ ਦਾ ਬੜਾ ਹੰਕਾਰ ਸੀ। ਇਸ ਕਰਕੇ ਜਿਹੜਾ ਵੀ ਕੋਈ ਮਹਾਤਮਾ ਜਨ ਆਉਂਦਾ ਉਸ ਦੇ ਨਾਲ ਇਹ ਬੜੀ ਚਰਚਾ ਕਰਦੇ ਸਨ। ਇਹ ਇਹਨਾਂ ਲੋਕਾਂ ਦਾ ਉਸ ਵੇਲੇ ਦਾ ਕਰਮ ਹੁੰਦਾ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਵੀ ਚਰਚਾ ਕਰਨ ਵਾਸਤੇ ਆਏ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਹਾਰਾਜ ਸਾਡੇ ਨਾਲ ਚਰਚਾ ਕਰੋ। ਵਾਰ-ਵਾਰ ਕਹਿਣ ਤੇ ਜਦੋਂ ਸਾਧ ਸੰਗਤ ਜੀ ਨੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਪੁਕਾਰਨਾ ਕੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨੇੜੇ ਕੁੱਤਾ ਮਰਿਆ ਪਿਆ। ਧਿਆਨ ਦੇ ਨਾਲ ਸਰਵਣ ਕਰਿਓ। ਗੁਰੂ ਪਾਤਸ਼ਾਹ ਜੀ ਦੀ ਸ਼ਕਤੀ ਕਰਾਮਾਤ ਸਾਧ ਸੰਗਤ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੇੜੇ ਕੁੱਤਾ ਮਰਿਆ ਪਿਆ ਸੀ। ਗੁਰੂ ਸਾਹਿਬ ਪਾਤਸ਼ਾਹ ਜੀ ਦੇ ਹੱਥ ਵਿੱਚ ਛੜੀ ਸੀ ਛੋਟੀ ਜੀ। ਉਹ ਛੜੀ ਕੁੱਤੇ ਨੂੰ ਨਾ ਲਗਾ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਮੌਕੇ 'ਚੋਂ ਬਚਨ ਕੀਤੇ ਕਿ ਉਹਨ ਭਾਈ ਤੇਰੇ ਭਰਾ ਆਏ ਨੇ ਤੇ ਇਹਨਾਂ ਨਾਲ ਚਰਚਾ ਕਰ। ਬ੍ਰਾਹਮਣ ਤੇਰੇ ਭਾਈ ਆਇਆ, ਚਰਚਾ ਕਰ। ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਇੰਨੇ ਸਾਧ ਸੰਗਤ ਜੀ ਕਹਿਣ ਮਾਤਰ ਦੇ ਬਚਨਾਂ ਦੇ ਨਾਲ ਖੁਦਾ ਸਰਜੀਤ ਹੋਇਆ। ਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਕੁੱਤੇ ਵਿੱਚ ਬੋਲਣ ਦੀ ਸ਼ਕਤੀ ਆਈ ਤੇ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਵਿਦਵਾਨਾਂ ਪੰਡਤਾਂ ਨੇ ਕੁੱਤੇ ਦੇ ਨਾਲ ਸਵਾਲ ਜਵਾਬ ਕੀਤੇ। ਕੁੱਤੇ ਦੇ ਨਾਲ ਚਰਚਾ ਕੀਤੀ। ਇੰਨੀ ਹੈਰਾਨੀਜਨਕ ਅਚਰਜਤਾ ਵਾਲੀ ਸਾਧ ਸੰਗਤ ਦੀ ਗੱਲ ਹੈ, ਪਰ ਗੁਰੂ ਸਮਰੱਥ ਹੈ। ਗੁਰੂ ਸਾਧ ਸੰਗਤ ਜੋ ਮਰਜ਼ੀ ਕਰਵਾ ਸਕਦਾ ਹੈ। ਇੱਕ ਸਾਧ ਸੰਗਤ ਜਿਹੜਾ ਜੀਵ ਹੈ, ਜਿਸ ਦਾ ਭੌਂਕਣਾ ਕਰਮ ਹੈ, ਉਸ ਦੀ ਹਮੇਸ਼ਾ ਭੌਂਕਦਾ ਹੈ। ਉਸ ਦੇ ਕੋਲੋਂ ਵੀ ਗੀਤਾ ਦੇ ਵਾਹਿਗੁਰੂ ਅਨੇਕਾਂ ਸਾਧ ਸੰਗਤ ਸ਼ਾਸਤਰਾਂ ਦੇ ਅਰਥ ਕਰਵਾ ਦਿੱਤੇ, ਵਿਦਾਨ ਦੇ ਵਿਚਾਰ ਕਰਵਾ ਦਿੱਤੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸਾਧ ਸੰਗਤ ਵਿਚਾਰ ਸਮਾਪਤ ਹੋਈ, ਸਾਰੇ ਨਿਰੰਤਰ ਹੋ ਗਏ। ਜਿੰਨੇ ਪੰਡਤ ਸੀ ਬੜੇ ਹੈਰਾਨ ਹੋਏ। ਅਖੀਰ ਤੇ ਗੋਪਾਲ ਦਾਸ ਸਾਧ ਸੰਗਤ ਜੀ ਪੰਡਤ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਚਨ ਕੀਤੇ। ਮਹਾਰਾਜ ਹੋਰ ਤਾਂ ਸਾਡੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ ਹੈ, ਆਪ ਜੀ ਪਰਮੇਸ਼ਰ ਦੇ ਅਵਤਾਰ ਹੋ। ਪਰ ਇੱਕ ਗੱਲ ਪੁੱਛਣੀ ਹੈ ਕਿ ਮਹਾਰਾਜ ਜਿਹੜੀ ਆਪ ਜੀ ਨੇ ਕਿਹਾ ਸੀ ਕੁੱਤੇ ਨੂੰ ਕਿ ਤੇਰੇ ਬ੍ਰਾਹਮਣ ਭਾਈ ਆਏ ਹੈ, ਉਹ ਇਹਨਾਂ ਦੇ ਨਾਲ ਵਿਚਾਰ ਕਰ। ਮਹਾਰਾਜ ਜੀ ਅਸੀਂ ਉੱਤਮ ਜਾਤੀ ਸਵਰਨ ਜਾਤੀ ਦੇ ਬ੍ਰਾਹਮਣ, ਤੁਸੀਂ ਸਾਡਾ ਜਿਹੜਾ ਮੇਲ ਹੈ ਕੁੱਤੇ ਦੇ ਨਾਲ ਭਾਈ ਦਾ ਕੀਤਾ ਹੈ, ਇਹ ਕਿਰਪਾ ਕਰਕੇ ਦੱਸੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਉਸ ਵੇਲੇ ਭਾਈ ਮਰਦਾਨਾ ਜੀ ਤਾਈਂ ਬਚਨ ਕੀਤੇ ਕਿ ਭਾਈ ਇਹਨਾਂ ਤੇ ਜਾਲ ਛਿੜਕ।
ਜਦੋਂ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨੇ ਸਤਿਨਾਮ ਸ੍ਰੀ ਵਾਹਿਗੁਰੂ ਕਹਿ ਕਰਕੇ ਕੁੱਤੇ ਤੇ ਜਲ ਛਿੜਕਿਆ, ਕੁੱਤਾ ਸੁਰਜੀਤ ਹੋਇਆ ਤੇ ਕੁੱਤੇ ਨੇ ਸਾਧ ਸੰਗਤ ਜੀ ਉਸ ਵੇਲੇ ਆਪ ਸਾਧ ਸੰਗਤ ਜੀ ਉਸ ਵੇਲੇ ਵਿਸ਼ਨੂੰ ਭਗਵਾਨ ਦਾ ਸਰੂਪ ਮੁਕਤੀ ਦਾ ਸਰੂਪ ਧਾਰਨ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਦੱਸਿਆ ਕਿ ਇਹ ਤੁਹਾਡਾ ਦਾਦਾ ਹੈ ਵਿਸ਼ਨ ਦੱਤ। ਗੋਪਾਲ ਦੱਤ ਨੂੰ ਦੱਸਿਆ ਕਿ ਤੇਰਾ ਦਾਦਾ ਹੈ ਵਿਸ਼ਨ ਦੱਤ। ਤੇ ਫਿਰ ਸਾਧ ਸੰਗਤ ਪੁੱਛਿਆ ਕਿ ਮਹਾਰਾਜ ਕੁੱਤਾ ਕਿਉਂ ਬਣਿਆ? ਤੇ ਵਿਸ਼ਨ ਦੱਤ ਸਾਧ ਸੰਗਤ ਜੀ ਉਸ ਵੇਲੇ ਉਹਦੀ ਜਿਹੜਾ ਪੂਰਬਲਾ ਕਰਮ ਦੱਸਣ ਲੱਗੇ ਕਿ ਇਹ ਵੀ ਤੁਹਾਡੇ ਆਵਾਜ਼ ਕਹਿੰਦੇ ਸਾਧੂਆਂ ਸੰਤਾਂ ਮਹਾਤਮਾ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੁੰਦਾ ਸੀ। ਰੱਬ ਦੇ ਪਿਆਰੇ ਕਾਸ਼ੀ ਦੇ ਵਿੱਚ ਆਉਣੇ ਤੇ ਇਹਨੇ ਉਹਨਾਂ ਨੂੰ ਸਤਾਉਣਾ ਕਿ ਮੇਰੇ ਨਾਲ ਚਰਚਾ ਕਰੋ। ਇਸ ਕਰਕੇ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ, ਵਿਸ਼ਨ ਦੱਤ ਪੰਡਤ ਕਾਸ਼ੀ ਵਿੱਚ ਸੀ। ਉਦੋਂ ਹੀ ਮਹਾਤਮਾ ਜਾਣ ਸਾਧ ਸੰਗਤ ਜੀ ਰੱਬ ਦੇ ਪਿਆਰੇ ਆਏ, ਇੱਕ ਪਰਮੇਸ਼ਰ ਦਾ ਪਿਆਰਾ ਨਾਮ ਜਪ ਰਿਹਾ ਤੇ ਇਹ ਵਿਸ਼ਨ ਦੱਤ ਵਾਰ-ਵਾਰ ਜਾ ਕੇ ਉਸਨੂੰ ਕਹੇ ਕਿ ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਚਰਚਾ ਕਰੋ। ਸਾਧੂ ਕਹਿੰਦਾ ਕਿ ਵੇਖ ਭਰਾਵਾ ਮੈਂ ਕੁਝ ਪੜ੍ਹਿਆ ਨਹੀਂ ਹੈ, ਇਹ ਪੰਡਤ ਜੀ ਮੈਂ ਗਿਆਤਾ ਨਹੀਂ ਹੈ, ਮੈਂ ਗਿਆਨੀ ਨਹੀਂ ਹੈ, ਮੈਂ ਪੜ੍ਹਿਆ ਕੁਝ ਨਹੀਂ। ਇਹ ਸਾਧ ਸੰਗਤ ਜੀ ਵਿਸ਼ਨ ਦੱਤ ਨੇ ਉਸਨੂੰ ਤਰਕ ਮਾਰੀ, ਜੇ ਪੜ੍ਹੇ ਨਹੀਂ ਤੇ ਸਾਧੂ ਕਿਉਂ ਬਣੇ? ਜੇ ਕੁਝ ਪੜ੍ਹਿਆ ਹੀ ਨਹੀਂ ਹੈ ਤੇ ਸਾਧੂਆਂ ਵਾਲਾ ਲਿਬਾਸ ਕਿਉਂ ਧਾਰਨ ਕੀਤਾ ਹੈ? ਜਦੋਂ ਇਹ ਤਰਕ ਮਾਰੀ ਵਾਰ-ਵਾਰ ਉਸ ਨੂੰ ਇੱਛਾ ਸਾਧ ਸੰਗਤ ਤੰਗ ਕਰੀ ਜਾਵੇ ਤੇ ਮਹਾਤਮਾ ਦੇ ਮੂੰਹੋਂ ਇਹ ਬਚਨ ਨਿਕਲ ਗਏ ਕਿ ਕਿਉਂ ਕੁੱਤਿਆਂ ਵਾਂਗ ਤੰਗ ਕਰੀ ਜਾ ਰਹੇ ਹਨ, ਕਿਉਂ ਕੁੱਤਿਆਂ ਵਾਂਗ ਭੌਂਕੀ ਜਾ ਰਹੇ ਹਨ। ਤੇ ਸਾਧੂ ਦੇ ਸਾਧ ਸੰਗਤ ਬਚਨ ਕੋਬੜੇ ਤਾਂ ਸਨ, ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ ਗੈਰ ਵਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟ ਲਾਤਾ। ਉਹ ਰੱਬ ਦੇ ਪਿਆਰੇ ਦੇ ਬਾਗ ਪੁੱਜੇ ਤੇ ਸਾਧ ਸੰਗਤ ਜੀ ਅਗਲਾ ਜਨਮ ਕਹਿੰਦਾ ਮੈਨੂੰ ਕੁੱਤੇ ਦਾ ਮਿਲਿਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਧਰ ਦੇ ਜਿਹੜੇ ਰੱਖਿਆ ਕਰਨ ਵਾਲੇ ਆਏ ਹਨ, ਇਹਨਾਂ ਮੇਰੇ ਤੇ ਕਿਰਪਾ ਕੀਤੀ ਹੈ। ਇਹਨਾਂ ਦੇ ਦਰਸ਼ਨ ਕਰਨ ਦੇ ਨਾਲ ਮੈਨੂੰ ਸਰੂਪ ਮੁਕਤੀ ਦਾ ਜਿਹੜਾ ਸਾਧ ਸੰਗਤ ਜੀ ਇਹ ਪਦਵੀ ਹੈ ਉਹ ਪ੍ਰਾਪਤ ਹੋਣਾ ਚਾਹੀਦੀ ਹੈ। ਵਿਸ਼ਨੂੰ ਭਗਵਾਨ ਦਾ ਸਰੂਪ ਲੈ ਕਰਕੇ ਇਹ ਜਿਹੜਾ ਵਿਸ਼ਨ ਦੱਤ ਗੋਪਾਲ ਦੱਤ ਦਾ ਦਾਦਾ ਸੀ, ਇਹ ਸਾਧ ਸੰਗਤ ਜਿਸ ਤਰ੍ਹਾਂ ਸੁਰਪਰੀ ਦੇ ਵਿੱਚ ਗਿਆ ਦੀਵਾਨ ਤੇ ਚੜ੍ਹ ਕਰਕੇ ਸਾਰਿਆਂ ਨੇ ਆ ਕਰਕੇ ਇਸ ਨੂੰ ਨਮਸਕਾਰਾਂ ਕੀਤੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਉਸ ਵੇਲੇ ਗੋਪਾਲ ਦੱਤ ਨੂੰ ਇਹ 4 ਸ਼ਲੋਕਾਂ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੀਤਾ। ਫਿਰ ਸਾਧ ਸੰਗਤ ਜੀ ਇਹ ਸ਼ਲੋਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਕਿਵੇਂ ਪੁੱਜੇ, ਇਸ ਦੀ ਕਥਾ ਵਿਚਾਰ ਆਪ ਜੀ ਸਰਵਣ ਕਰੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰਬਾਣੀ ਲਿਖਵਾ ਰਹੇ ਹਨ ਭਾਈ ਗੁਰਦਾਸ ਜੀ ਪਾਸੋਂ। ਉਧਰ ਕਾਸ਼ੀ ਦੇ ਵਿੱਚ ਕੀ ਹੋਇਆ ਕਿ ਗੋਪਾਲ ਦੱਤ ਦੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਬੜੇ ਭਾਰੀ ਪੰਡਿਤ ਵਿਦਵਾਨ ਸਨ। ਇਹ ਵੀ ਸਾਧ ਸੰਗਤ ਜੀ ਬੜੇ ਪੜ੍ਹੇ ਲਿਖੇ ਵੇਦਾਂ ਵਿਦਾਂਤਰਾ ਸ਼ਾਸਤਰਾਂ ਨੂੰ ਜਾਣਨ ਵਾਲੇ। ਇਹਨਾਂ ਨੇ ਕੀ ਹੋਇਆ, ਬੜੇ ਸਾਧ ਸੰਗਤ ਜੀ ਵਿਦਾਂਤ ਪੜ੍ਹੇ, ਬੜੇ ਗ੍ਰੰਥ ਪੜ੍ਹੇ, ਪਰ ਮਨ ਵਿੱਚ ਸ਼ਾਂਤੀ ਨਾ ਆਈ। ਆਪਣੇ ਵੱਡੇ ਦਾਦਾ ਜੀ ਦਾ ਪੁਸਤਕਾਲਾ ਇਹਨਾਂ ਨੇ ਖੋਲਿਆ, ਆਪਣੇ ਪੁਰਖਾਂ ਦਾ, ਕਿਉਂਕਿ ਸਾਰੇ ਸਾਧ ਸੰਗਤ ਜੀ ਗਿਆਨੀ ਵਿਦਵਾਨ ਸਨ ਇਹਨਾਂ ਦੇ ਕੁੱਲ ਵਿੱਚ। ਜਦੋਂ ਆਪਣੇ ਵੱਡਿਆਂ ਦਾ ਪੁਸਤਕਾਲਾ ਇਹਨਾਂ ਨੇ ਖੋਲਿਆ ਤੇ ਉੱਥੋਂ ਗ੍ਰੰਥਾਂ ਦੇ ਵਿੱਚੋਂ ਇਹਨਾਂ ਨੂੰ ਇਹ 4 ਸ਼ਲੋਕ ਸਾਧ ਸੰਗਤ ਜੀ ਲਿਖੇ ਮਿਲੇ। ਜਦੋਂ ਇਹਨਾਂ ਨੇ 4 ਸ਼ਲੋਕ ਦੋਹਾਂ ਭਰਾਵਾਂ ਨੇ ਪੜ੍ਹੇ, ਗੁਰਬਾਣੀ ਪੜ੍ਹਨੇ ਕਰਕੇ ਮਨ ਵਿੱਚ ਬੜੀ ਸ਼ਾਂਤੀ ਆਈ। ਬੜਾ ਸਾਧ ਸੰਗਤ ਜੀ ਮਨ ਉਹਨਾਂ ਦਾ ਇਕਾਗਰ ਹੋਇਆ। ਆਸ-ਪਾਸ ਸੰਗਤ ਕੋਲ ਪੁੱਛਿਆ ਕਿ ਇਹ ਬਾਣੀ ਕਿਹਦੀ ਹੈ, ਇਹ ਬਚਨ ਕਿਹਨਾਂ ਦੇ ਹਨ? ਸੰਗਤ ਨੇ ਦੱਸਿਆ ਕਿ ਹਰੀ ਲਾਲ ਕ੍ਰਿਸ਼ਨ ਲਾਲ ਜੀ ਇਹ ਜਿਹੜੇ ਪਾਵਨ ਸ਼ਲੋਕ ਹਨ ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਨ। ਤੇ ਪੁੱਛਿਆ ਕਿ ਅਸੀਂ ਇਹਨਾਂ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਹਾਂ, ਸਾਨੂੰ ਕਿੱਥੇ ਮਿਲਣਗੇ? ਸੰਗਤ ਨੂੰ ਪਤਾ ਲੱਗਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋ ਸਮਾ ਗਏ ਹਨ, ਉਹਨਾਂ ਦੇ 5ਵੇਂ ਸਰੂਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਪਰ ਬਿਰਾਜਮਾਨ ਹਨ ਤੇ ਇਸ ਵੇਲੇ ਬਾਣੀ ਲਿਖਵਾ ਰਹੇ ਹਨ। ਜਲਦੀ ਜਾਓ, ਆਪ ਜੀ ਗੁਰੂ ਪਾਤਸ਼ਾਹ ਜੀ ਦੇ ਪਾਸ ਜਾ ਕਰਕੇ 4 ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੇ ਕਰਕੇ ਆਓ। ਇਹ ਸਾਧ ਸੰਗਤ ਦੋਹੇ ਭਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ। 4 ਸ਼ਲੋਕ ਸਾਧ ਸੰਗਤ ਜੀ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਤਰੀਕੇ ਦੇ ਨਾਲ ਦੇਣਾ ਕੀਤੇ, ਜਿਨ੍ਹਾਂ ਨੂੰ ਪੜ੍ਹ ਕਰਕੇ ਬੜੀ ਸ਼ਾਂਤੀ ਆਈ। ਉਹ ਸ਼ਲੋਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਸਾਰੇ ਰਾਗਾਂ ਦੀ ਸਮਾਪਤੀ ਤੋਂ ਉਪਰੰਤ ਇੱਥੇ 31 ਰਾਗਾਂ ਦੀ ਸਮਾਪਤੀ ਹੋਈ। ਉੱਪਰ ਜੈਜਵੰਤੀ ਰਾਗ ਦੀ ਤੇ ਸਭ ਤੋਂ ਛੋਟਾ ਰਾਗ ਜੈਜਵੰਤੀ ਹੈ। ਇਸ ਤੋਂ ਉਪਰੰਤ ਅੱਗੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਸਹਿਸਕ੍ਰਿਤੀ ਦੇ 4 ਸ਼ਲੋਕ ਦਰਜ ਕਰਵਾਏ ਹਨ। ਅੱਗੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 7 ਸ਼ਲੋਕ
ਇਹਨਾਂ ਨੂੰ ਸਾਧ ਸੰਗਤ ਜੀ ਪਾਵਨ ਪਵਿੱਤਰ ਉਪਦੇਸ਼ ਦੇਣ ਵਾਲੇ ਬਖਸ਼ ਕੀਤੇ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਵਿਚਾਰ ਸਾਧ ਸੰਗਤ ਜੀ ਆਪਾਂ ਸਰਵਣ ਕਰੀਏ। ਸੋ ਆਪ ਜੀ ਨੇ ਇਹ ਜਿਹੜਾ ਨਾ ਗੁਰਬਾਣੀ ਦਾ ਉਥਾਨ ਕਾ ਸਰਵਣ ਕੀਤਾ ਹੈ। ਆਓ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ, ਪਾਵਨ ਪਵਿੱਤਰ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਦੀ ਪਵਿੱਤਰਤਾ, ਚਿੱਤ ਦੀ ਇਕਾਗਰਤਾ और शरीर की सावधानता वास्ते सरबत सिंह गज के आखो जी सतनाम श्री वाहिगुरु साहिब जी। सतनाम श्री वाहिगुरु साहिब जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਸਾਨੂੰ ਮਹਾਮੰਤਰ ਦੀ ਦਾਤ ਬਖਸ਼ ਕਰਦੇ ਹਨ। ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਓੰਕਾਰ ਅਦੁੱਤੀ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਸਰੂਪ ਹੈ, ਨਾਸ਼ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਭ ਕੁਝ ਕਰਨਹਾਰ ਹੈ, ਪੁਰਖ ਪੁਰਸ਼ ਸਰੂਪ ਹੈ, ਪੁਰਸ਼ਾਰਥ ਨੂੰ ਦੇਣ ਵਾਲਾ ਹੈ, ਬਹੁਤ ਤਿਆਗ ਨਰਕਾਂ ਦੇ ਵਿੱਚੋਂ ਰੱਖਣੇ ਵਾਲਾ ਹੈ। ਪੁਰਖ ਸਾਧ ਸੰਗਤ ਦੀ ਸਾਰੀ ਪ੍ਰਗਿਆ ਨੂੰ ਖੈਰ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਨਿਰਭਉ ਸਰੂਪ ਹੈ, ਕਿਸੇ ਤੋਂ ਸਾਧ ਸੰਗਤ ਜੀ ਡਰਦਾ ਨਹੀਂ ਹੈ। ਵਾਹਿਗੁਰੂ ਦਾ ਰਹਿਤ ਹੈ, ਕਿਸੇ ਦੇ ਨਾਲ ਪਰਮੇਸ਼ਰ ਦਾ ਵੈਰ ਵੀ ਨਹੀਂ ਹੈ। ਕਾਲ ਤੋਂ ਰਹਿਤ ਹੈ, ਮੂਰਤ ਹਸਤੀ ਸਰੂਪ ਹੈ, ਜੋਨਾਂ ਤੋਂ ਰਹਿਤ ਹੈ, ਸਹਿਬੰ ਸਤਿ ਸਿੱਧ ਪ੍ਰਕਾਸ਼ਮਨ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਾਮੰਤਰ ਵਿੱਚ ਕਥਨ ਕੀਤਾ ਹੈ। ਅੱਗੇ ਆਓ ਸਾਧ ਸੰਗਤ ਦੀ ਕਥਾ ਵਿਚਾਰ ਸਰਵਣ ਕਰੀਏ। ਸਲੋਕ ਸਹਸਕ੍ਰਿਤੀ ਮਹਲਾ ਪਹਿਲਾ। ਚਾਰ ਪ੍ਰਕਾਰ ਦੀ ਮੁਕਤੀਆਂ ਦੇ ਵਿੱਚੋਂ ਪਹਿਲਾ ਸਾਧ ਸੰਗਤ ਸਲੋਕ ਮੁਕਤੀ ਹੈ। ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੀ ਇੱਕ ਪਾਵਨ ਪਵਿੱਤਰ ਗੁਰਬਾਣੀ। ਇਹਨਾਂ ਦੇ ਵਿੱਚ ਸਹਸਕ੍ਰਿਤੀ ਸਾਧ ਸੰਗਤ ਜੀ ਇਹ ਗੁਰਬਾਣੀ ਦਾ ਸਾਧ ਸੰਗਤ ਜੀ ਨਾਮ ਹੈ। ਕਈ ਜਨ ਸਮਝ ਲੈਂਦੇ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਲੋਕ ਹਨ। ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਲੋਕ ਨਹੀਂ, ਸਾਧ ਸੰਗਤ ਜੀ ਸਹਸਕ੍ਰਿਤੀ ਹੈ। ਸਹਸਕ੍ਰਿਤੀ ਸਾਧ ਸੰਗਤ ਜੀ ਸੰਸਕ੍ਰਿਤ ਭਾਸ਼ਾ ਦੀ ਮਾਂ ਮੰਨੀ ਗਈ ਹੈ। ਸਭ ਤੋਂ ਪੁਰਾਤਨ ਪ੍ਰਾਕ੍ਰਿਤ ਭਾਸ਼ਾ ਹੈ ਸਹਸਕ੍ਰਿਤੀ। ਇਸ ਤੋਂ ਵਿੱਚ ਬਾਅਦ ਵਿੱਚ ਸੰਸਕ੍ਰਿਤੀ ਜਿਹੜੀ ਹੈ ਨਾ ਉਹ ਪੈਦਾ ਹੋਈ, ਇਸ ਕਰਕੇ ਇਸ ਨੂੰ ਸੰਸਕ੍ਰਿਤੀ ਦੀ ਮਾਤਾ ਕਿਹਾ ਜਾਂਦਾ ਹੈ, ਮਾਂ ਕਿਹਾ ਜਾਂਦਾ ਹੈ। ਜਿਵੇਂ ਅਰਬੀ ਦੇ ਵਿੱਚੋਂ ਫਾਰਸੀ, ਫਾਰਸ ਵਿੱਚੋਂ ਉਰਦੂ ਇਤਿਆਦਿ ਦੀ ਭਾਸ਼ਾ ਨਿਕਲੀਆਂ ਹਨ, ਇਸੇ ਤਰ੍ਹਾਂ ਇਸ ਦੇ ਵਿੱਚੋਂ ਸੰਸਕ੍ਰਿਤੀ ਨਿਕਲੀ। ਸਹਿਸਕ੍ਰਿਤ ਤੋਂ ਭਾਵ ਸਹਿਸ ਨਾਮ ਹਜ਼ਾਰ ਦਾ ਹੈ। ਕ੍ਰਿਤ ਨਾਮ ਸਾਧ ਸੰਗਤ ਜੀ ਕ੍ਰਿਤ ਕਾਵਿ ਦਾ ਹੈ। ਜਿਵੇਂ ਹਜ਼ਾਰ ਪਨ ਵਾਲਾ ਕੌਣ ਹੋਇਆ? ਸ਼ੇਸ਼ਨਾਗ। ਸ਼ੇਸ਼ਨਾਗ ਦੇ ਮੁਖ ਵਿੱਚੋਂ ਨਿਕਲੀ ਹੋਈ ਉਸ ਦੀ ਕ੍ਰਿਤ ਕਾਵਿ ਜਿਹੜੀ ਹੈ ਸਹਿਸਕ੍ਰਿਤੀ। ਇਸ ਕਰਕੇ ਇਸ ਨੂੰ ਸਹਿਸਕ੍ਰਿਤੀ ਕਿਹਾ ਜਾਂਦਾ ਹੈ। ਦੂਸਰਾ ਮਹਾਂਪੁਰਖਾਂ ਨੇ ਸਹਿਸਕ੍ਰਿਤੀ ਦਾ ਕੀਤਾ ਹੈ, ਸਹਿਸ ਨਾਮ ਹਜ਼ਾਰ ਦਾ ਹੈ। ਹਜ਼ਾਰਾਂ ਮੁਖਾਂ ਕਰਕੇ ਕ੍ਰਿਤੀ ਨਾਮ ਕੀਰਤੀ ਦਾ ਹੈ। ਹਜ਼ਾਰਾਂ ਮੁਖਾਂ ਦੁਆਰਾ ਜਿਸ ਵਿੱਚ ਪਰਮੇਸ਼ਰ ਦੀ ਸਾਧ ਸੰਗਤ ਦੀ ਕੀਰਤੀ ਕੀਤੀ ਹੈ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਹਜ਼ਾਰਾਂ ਮੁਖਾਂ ਕਰਕੇ ਵਡਿਆਈ ਕਰਨ ਵਾਲੀ, ਕੀਰਤੀ ਕਰਨ ਵਾਲੀ ਨਾਮ ਹੈ ਸਹਿਸਕ੍ਰਿਤੀ। ਮਹੱਲਾ ਪਹਿਲਾ ਦੇ ਸਰਲੇਖ ਹੇਠ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ ਕਰਦੇ ਹਨ। ਪੜ ਪੁਸਤਕ ਸੰਧਿਆ ਬਾਦੰ। ਉੱਥੋਂ ਦੇ ਸਾਧ ਸੰਗਤ ਜੀ ਗੋਪਾਲ ਦਾਸ ਤੇ ਜਿੰਨੇ ਵੀ ਪੰਡਿਤ ਇਕੱਠੇ ਹੋ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਆਏ। ਉਹਨਾਂ ਦੇ ਤਾਈ ਸੰਬੋਧ ਕਰਕੇ ਸਾਧ ਸੰਗਤ ਜੀ ਸਰਬੱਤ ਭਾਈ ਦੇ ਤਾਈ ਉਪਦੇਸ਼ ਦੇ ਦੇਣਾ ਕੀਤਾ ਹੈ। ਇਸ ਗੁਰਬਾਣੀ ਦੇ 4 ਸ਼ਲੋਕ ਹਨ। ਪਹਿਲੇ ਸ਼ਲੋਕਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਦੀ ਪਖੰਡ ਦਾ ਖੰਡਨ ਕੀਤਾ ਹੈ। ਦੂਸਰੇ ਸ਼ਲੋਕ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੀ ਜਿਹੜੀ ਸਫਲਤਾ ਹੈ ਉਹ ਕਥਨ ਕੀਤੀ ਹੈ। ਤੀਸਰੇ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮਾਂ ਦਾ ਸਾਧ ਸੰਗਤ ਜ਼ਿਕਰ ਕਰਕੇ ਸਾਰਿਆਂ ਦੇ ਤਾਈਂ ਪਾਵਨ ਪਵਿੱਤਰ ਉਪਦੇਸ਼ ਦੇਣਾ ਕੀਤਾ ਹੈ। ਚੌਥੇ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵ ਅਤੇ ਈਸ਼ ਦੀ ਜਿਹੜੀ ਏਕਤਾ ਦੇ ਬਾਬਤ ਸਾਨੂੰ ਪਾਵਨ ਪਵਿੱਤਰ ਗਿਆਨ ਬਖਸ਼ ਕਰਕੇ ਨਿਹਾਲ ਕੀਤਾ ਹੈ। ਇਸ ਕਰਕੇ ਇਸ ਦੇ 4 ਸ਼ਲੋਕਾਂ ਵਿੱਚ ਇੰਨਾ ਗਿਆਨ ਹੈ। ਚਤੁਰ ਸ਼ਲੋਕੀ ਗੀਤਾ ਨੂੰ ਪ੍ਰਾਤਨ ਸੰਖਿਆ ਕਰਨ ਜਿਵੇਂ ਆਪ ਜੀ ਦੇ ਨਾਲ ਸਾਧ ਸੰਗਤ ਜ਼ਿਕਰ ਕੀਤਾ ਹੈ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਪਖੰਡੀ ਲੋਕਾਂ ਦੇ ਤਾਂ ਹੀ ਸੰਬੋਧਨ ਕਰਦੇ ਹੋਏ ਬਚਨ ਕਰਦੇ ਹਨ, ਪੜ੍ਹ ਪੁਸਤਕ ਸੰਧਿਆ ਬਾਦਨ। ਇਹ ਜਿਹੜੇ ਵਿਦਵਾਨ ਲੋਕ ਸਨ ਬਹੁਤ ਜ਼ਿਆਦਾ ਸਾਧ ਸੰਗਤ ਦੀ ਗ੍ਰੰਥਾਂ ਪੜ੍ਹਦੇ ਸਨ, ਬੜੇ ਵੇਦਾਂ ਦੀ ਵਿਚਾਰ ਕਰਦੇ ਸਨ, ਬੜਾ ਇਹਨਾਂ ਨੂੰ ਵਿਦਾਨ ਸਾਧ ਸੰਗਤ ਦੀ ਕੰਠ ਹੁੰਦਾ ਸੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਭਾਈ ਇੰਨੀਆਂ ਪੁਸਤਕਾਂ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ, ਪੁਰਾਣਾਂ ਨੂੰ ਪੜ੍ਹਨ ਵਾਲੇ, ਸਿਮਰਤੀਆਂ ਦੇ ਗਿਆਤੇ, ਸੰਧਿਆ ਨਾਮ ਹੈ ਜਦੋਂ ਦਿਨ ਤੇ ਰਾਤ ਦੀ ਸੰਧੀ ਹੁੰਦੀ ਹੈ, ਜਦੋਂ ਦੋ ਸਮੇਂ ਇਕੱਤਰ ਹੁੰਦੇ ਆ। ਇਹ ਜਿਹੜੇ ਤਿੰਨ ਸਮੇਂ ਜਿਹੜੀ ਹੈ ਨਾ, ਇੱਕ ਦਿਨ ਵਿੱਚ ਸੰਧਿਆ ਹੁੰਦੀ ਹੈ। ਬ੍ਰਾਹਮਣ ਲੋਕ ਤਿੰਨ ਸਮੇਂ ਸਾਧ ਸੰਗਤ ਇੱਕ ਕਰਦੇ ਨੇ। ਗੁਰਬਾਣੀ ਕਹਿੰਦੇ ਨੇ ਸੰਧਿਆ ਕਰਮ ਤੇ ਕਾਲ ਕਰੈ, ਤਿੰਨਾਂ ਸਮਿਆਂ ਦੇ ਵਿੱਚ, ਤਿੰਨਾਂ ਕਾਲਾਂ ਵਿੱਚ ਸੰਧਿਆ ਕਰਦੇ ਹੈ। ਉਹ ਤਿੰਨ ਸਮੇਂ ਕਿਹੜੇ ਹੁੰਦੇ ਆ? ਪਹਿਲਾ ਹੁੰਦਾ ਸਵੇਰ ਵੇਲੇ, ਜਦੋਂ ਦਿਨ ਸਾਧ ਸੰਗਤ ਜੀ ਅਜੇ ਆਰੰਭ ਹੋਣ ਵਾਲਾ ਹੁੰਦਾ ਹੈ ਤੇ ਰਾਤ ਦੀ ਸਮਾਪਤੀ ਹੁੰਦੀ ਹੈ, ਰਾਤ ਮੁੱਕ ਜਾਂਦੀ ਹੈ, ਦਿਨ ਚੜ੍ਹਨ ਵਾਲਾ ਹੁੰਦਾ ਹੈ। ਉਸ ਸਮੇਂ ਇਹ ਕਰਮ ਕਰਦੇ ਹੈ। ਦੂਸਰਾ ਇਹਨਾਂ ਦਾ ਦੁਪਹਿਰ ਵੇਲੇ, ਜਦੋਂ ਦੁਪਹਿਰ 12 ਵਜੇ ਤੋਂ ਬਾਅਦ ਢਲ ਜਾਂਦਾ ਦਿਨ ਤੇ ਸ਼ਾਮਾਂ ਪੈਣੀਆਂ ਆਰੰਭ ਹੁੰਦੀਆਂ ਤੇ ਉਸ ਵੇਲੇ ਸਾਧ ਸੰਗਤ ਜੀ ਕਰਮ ਕਰਦੇ ਆ। ਤੀਸਰਾ ਸ਼ਾਮ ਨੂੰ, ਜਦੋਂ ਸਾਧ ਸੰਗਤ ਜੀ ਸੂਰਜ ਢਲ ਜਾਂਦਾ ਹੈ ਤੇ ਰਾਤ ਪੈਣੀ ਸ਼ੁਰੂ ਹੋ ਜਾਂਦੀ, ਉਸ ਵੇਲੇ ਦਿਨ ਕਾਲ ਇਹ ਸੰਧਿਆ ਕਰਮ ਕਰਦੇ ਹਨ। ਬਾਦਨ ਨਾਮ ਸਾਧ ਸੰਗਤ ਦੀ ਚਰਚਾ ਦਾ ਹੈ, ਝਗੜੇ ਦਾ ਹੈ। ਇਹ ਜਿਹੜੇ ਵਿਦਵਾਨ ਲੋਕ ਆ, ਪੰਡਤ, ਇਹਨਾਂ ਵਿੱਚ ਸਾਧ ਸੰਗਤ ਜੀ ਗ੍ਰੰਥਾਂ ਦੇ ਵਿਚਾਰ ਕਰਕੇ ਵੀ, ਪੜ੍ਹ ਕੇ ਵੀ, ਵੇਦਾਂ ਨੂੰ ਜਾਣ ਕਰਕੇ ਵੀ, ਗਿਆਨ ਹਾਸਲ ਕਰਕੇ ਵੀ, ਫਿਰ ਵੀ ਸਾਧ ਸੰਗਤ ਜੀ ਕਰਮ ਕਰਦੇ ਹਨ। ਹਮੇਸ਼ਾ ਵਿਅਰਥ ਹੀ ਝਗੜਾ ਕਰਦੇ ਹਨ। ਜੰਤਰੀ ਭਾਵੰਦ ਰਹੇ ਜੀਵੋ, ਜਿਹੜੇ ਸੰਸਾਰ ਦੇ ਵਿੱਚ ਆਪ ਜੀ ਪੁਸਤਕਾਂ ਨੂੰ ਪੜ੍ਹਨਾ ਇਤਿਆਦਿਕ ਇਹਨਾਂ ਗ੍ਰੰਥਾਂ ਨੂੰ ਗਿਆਨ ਇਕੱਠਾ ਕਰਕੇ ਹੰਕਾਰ ਕਰ ਲੈਣਾ, ਸੰਧਿਆ ਕਰਮ ਕਰਨੇ, ਇਹ ਭਾਈ ਸਾਰੇ ਬਾਦਨ ਵਿਅਰਥ ਹਨ। ਸਿਲ ਪੂਜਸ ਬਗਲ ਸਮਾਦੰ, ਸਿਰ ਨਾਮ ਸਾਧ ਸੰਗਤ ਜੀ ਪੱਥਰਾਂ ਦਾ ਹੈ, ਮੂਰਤੀਆਂ ਦਾ ਹੈ। ਕਿ ਜਿਹੜੇ ਇਹ ਪਖੰਡੀ ਲੋਕ ਕਦੀ ਪਾਰਵਤੀ ਦੀ, ਕਦੀ ਸ਼ਿਵਜੀ ਦੇ ਲਿੰਗ ਦੀ, ਕਦੀ ਇਤਿਆਦਿਕ ਹੋਰਨਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕਰਕੇ ਭਗਵਾਨ ਵਿਸ਼ਨੂੰ ਦੇ ਗੰਡਕਾਂ ਨੇ ਜਿਹਦਾ ਪੱਥਰ ਸਾਧ ਸੰਗਤ ਜੀ ਉਸ ਨੂੰ ਠਾਕੁਰ ਕਹਿ ਕਰਕੇ ਪੂਜਦੇ ਹਨ। ਇਤਿਆਦਿਕ ਜਿਹੜਾ ਇਹਨਾਂ ਲੋਕਾਂ ਦਾ ਕਰਮ ਹੁੰਦਾ ਹੈ, ਉਸ ਪੱਥਰ ਨੂੰ ਸਾਧ ਸੰਗਤ ਜੀ ਜਿਹੜਾ ਪੂਜਣਾ ਕਰਦੇ ਨੇ, ਉਹਨਾਂ ਦੇ ਬਾਰੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ। ਤੇ ਉਹਨਾਂ ਪੱਥਰਾਂ ਦੀ ਪੂਜਾ ਕਿਵੇਂ ਕਰਦੇ ਆ? ਬਗਲ ਸਮਾਧੰ। ਬਗਲ ਪਹਿਲਾ ਅਰਥ ਸਾਧ ਸੰਗਤ ਜੀ ਬੰਗਲੇ ਦਾ ਲਾ ਲਈਏ ਕਿ ਬੰਗਲੇ ਵਾਂਗ ਸਮਾਧੀ ਲਗਾਉਂਦੇ ਨੇ। ਬੰਗਲੇ ਦਾ ਕੀ ਕਰਮ ਹੁੰਦਾ ਹੈ? ਬੜਾ ਉਸਦਾ ਧਿਆਨ ਇਕਾਗਰ ਹੁੰਦਾ ਹੈ। ਇੱਕ ਲੱਤ ਚੁੱਕ ਲੈਂਦਾ ਹੈ, ਇੱਕ ਲੱਤ ਤੇ ਖੜਾ ਹੋ ਕਰਕੇ ਧਿਆਨ ਦਿੰਦਾ ਹੈ। ਜਦੋਂ ਕੋਈ ਡੱਡੀ ਜਾਂ ਮੱਛੀ ਦਿਖਾਈ ਦਿੰਦੀ ਹੈ, ਛੇਤੀ ਦੇ ਨਾਲ ਚੁੰਝ ਮਾਰ ਕਰਕੇ ਖਾ ਜਾਂਦਾ ਹੈ। ਇਵੇਂ ਸਾਧ ਸੰਗਤ ਜੀ ਇਹਨਾਂ ਪਖੰਡੀ ਲੋਕਾਂ ਦਾ ਕਰਮ ਹੁੰਦਾ ਹੈ। ਬੰਗਲੇ ਦੀ ਨਿਆਇ ਸਮਾਧੀਆਂ ਲਗਾ ਕਰਕੇ ਬੈਠਦੇ ਰਹਿੰਦੇ ਆ, ਪਰ ਅਸਲ ਦੇ ਵਿੱਚ ਧਿਆਨ ਮਾਇਆ ਵਾਲੇ ਪਾਸੇ ਹੁੰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ, ਬੰਗਲਿਆਂ ਵਾਂਗ ਸਮਾਧੀਆਂ ਲਗਾ ਕਰਕੇ ਤੇ ਸਿਲ ਇਹਨਾਂ ਪੱਥਰਾਂ ਦੀ ਪੂਜਾ ਕਰਦੇ ਹਨ। ਜਾਂ ਬਗਲ ਨਾਮ ਸਾਧ ਸੰਗਤ ਜੀ ਕੱਛ ਦਾ ਹੁੰਦਾ ਹੈ। ਕੀ ਕਹਿੰਦੇ ਨਾ, ਬਗਲ ਪਾਸਾ ਕੱਛ। ਇਹ ਬ੍ਰਾਹਮਣ ਲੋਕਾਂ ਦਾ ਕੀ ਕਰਮ ਹੁੰਦਾ ਸੀ ਕਿ ਗੰਡਕਾ ਨਦੀ ਦਾ ਜਿਹੜਾ ਪੱਥਰ ਹੁੰਦਾ ਨਾ, ਉਸ ਨੂੰ ਠਾਕੁਰ ਕਹਿੰਦੇ ਆ ਤੇ ਉਸ ਦੀ ਬੜੀ ਪੂਜਾ ਕਰਦੇ ਹੁੰਦੇ ਆ। ਜਿਹੜਾ ਸਾਧ ਸੰਗਤ ਜੀ ਪੱਥਰ ਦੇ ਕਰਕੇ ਭਗਤ ਧੰਨਾ ਜੀ ਨੂੰ ਠੱਗਿਆ ਸੀ ਨਾ, ਉਹ ਠਾਕੁਰ ਨੂੰ ਸਾਧ ਸੰਗਤ ਜੀ ਸਮਝਦੇ ਆ ਤੇ ਕਹਿੰਦੇ ਕਈ ਵਾਰ ਜਿਹੜੇ ਆਪਣੇ ਠਾਕੁਰ ਨੂੰ ਕੱਛੇ ਸਾਧ ਸੰਗਤ ਜੀ ਮਾਰ ਲੈਂਦੇ, ਕੋਈ ਤੇ ਸਾਡਾ ਠਾਕੁਰ ਕੋਈ ਚੁੱਕ ਕੇ ਨਾ ਲੈ ਜਾਵੇ। ਤੇ ਇਤਿਆਦਿਕ ਬਗਲ ਨਾਮ ਪਾਸ ਦਾ ਵੀ ਹੁੰਦਾ ਹੈ। ਇਹ ਕਹਿੰਦੇ ਆਪਣਾ ਠਾਕੁਰ ਨੇੜੇ ਰੱਖ ਕਰਕੇ ਜਾਂ ਬਗਲ ਕੱਛੇ ਮਾਰ ਕਰਕੇ ਸਾਧ ਸੰਗਤ ਜੀ ਸਮਾਧੀਆਂ ਲਗਾ ਕਰਕੇ ਇਸ ਤਰ੍ਹਾਂ ਠਾਕੁਰਾਂ ਨੂੰ ਪੂਜਦੇ ਆ। ਡਰ ਵੀ ਰਹਿੰਦਾ ਕਿਤੇ ਸਾਡੇ ਠਾਕੁਰ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ। ਇਤਿਆਦਿਕ ਇਹਨਾਂ ਦੇ ਕਰਮ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਖੰਡ ਦੱਸ ਰਹੇ ਹਨ ਕਿ ਜਿਹੜੇ ਭਾਈ ਪੱਥਰਾਂ ਇਤਿਆਦਿਕਾਂ ਦੀ ਪੂਜਾ ਕਰਦੇ ਹਨ, ਬੰਗਲੇ ਵਾਂਗ ਸਮਾਧੀਆਂ ਲਗਾਉਂਦੇ ਹਨ। ਮੁਖ ਝੂਠ ਵਿਭੂਖਨ ਸਾਰੰ, ਤੇ ਮੁਖ ਵਿੱਚੋਂ ਹਮੇਸ਼ਾ ਝੂਠ ਕੁਫਰ ਤੋਲਦੇ ਆ। ਤੇ ਕਿਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦਾ ਝੂਠ ਹੁੰਦਾ ਹੈ? ਵਿਭੂਖਨ ਨਾਮ ਗਹਿਣੇ ਦਾ ਹੈ, ਸਾਰੰਗ ਨਾਮ ਸਾਧ ਸੰਗਤ ਜੀ ਸ਼੍ਰੇਸ਼ਟ। ਸੋਨੇ ਦੇ ਗਹਿਣਿਆਂ ਦੇ ਵਾਂਗ ਸਾਧ ਸੰਗਤ ਜੀ ਇਹਨਾਂ ਨੇ ਝੂਠ ਬੋਲਣਾ ਹੈ। ਅੰਤਰੀ ਭਾਵ ਐਵੇਂ ਸਮਝਣਾ ਕਿ ਸਾਧ ਸੰਗਤ ਜੀ ਹੋਣਾ ਤਾਂ ਝੂਠ, ਗੱਲ ਬਿਲਕੁਲ ਝੂਠੀ ਹੋਣੀ, ਪਰ ਉਸ ਝੂਠ ਨੂੰ ਸਾਧ ਸੰਗਤ ਜੀ ਕਹਿਣ ਦਾ ਤਰੀਕਾ ਏਡਾ ਵਧੀਆ ਕਿ ਹਮੇਸ਼ਾ ਸਾਰਿਆਂ ਨੇ ਉਸ ਝੂਠ ਨੂੰ ਸੱਚ ਸਮਝ ਲੈਣਾ ਕਿ ਇਹ ਜਿਹੜਾ ਨਾ, ਇਹ ਗੱਲ ਜੀਵ ਸੱਚੀ ਕਹਿ ਰਿਹਾ ਹੈ। ਇਹ ਸਾਧ ਸੰਗਤ ਜਿਸ ਤੇ ਬਾਬਤ ਮਹਾਂਪੁਰਖਾਂ ਨੇ 2-3 ਸਾਖੀਆਂ ਵੀ ਸੁਣਾਉਣਾ ਕੀਤੀਆਂ
ਕਿ ਝੂਠ ਨੂੰ ਲੋਕਾਂ ਦੇ ਵਿੱਚ ਕਿਹੜਾ ਗੁਣ ਹੁੰਦਾ, ਜਿਵੇਂ ਉਹ ਸੱਚ ਪੇਸ਼ ਕਰ ਦਿੰਦੇ ਹੈ। ਇੱਕ ਸਾਧ ਸੰਗਤ ਜੀ ਵਜ਼ੀਰ ਸੀ ਰਾਜੇ ਦਾ, ਤੇ ਕੀ ਹੋਇਆ, ਇੱਕ ਵਾਰ ਰਾਜਾ ਉਸਨੂੰ ਕਹਿਣ ਲੱਗਾ ਕਿ ਵਜ਼ੀਰ ਜੀ, ਸਰੀਰ ਤੇ ਸਾਰੇ ਥਾਂ ਰੋਮ ਹੁੰਦੇ ਆ, ਪਰ ਹੱਥਾਂ ਤੇ ਕਿਉਂ ਨਹੀਂ ਹੁੰਦੇ? ਵੇਖੋ ਮੇਰੀਆਂ ਹੱਥਾਂ ਤੇ ਤਲੀਆਂ ਤੇ ਰੋਮ ਨਹੀਂ ਹੈਗੇ, ਇਹ ਕਿਉਂ? ਤੇ ਉਸ ਵੇਲੇ ਸਾਧ ਸੰਗਤ ਵਜ਼ੀਰ ਕਹਿਣ ਲੱਗਾ ਕਿ ਵੇਖੋ ਰਾਜਨ, ਪਿਛਲੇ ਜਨਮ ਵਿੱਚ ਆਪ ਜੀ ਨੇ ਨਾ ਦਾਨ ਬਹੁਤਾ ਕੀਤਾ ਸੀ, ਤੇ ਉਹ ਦਾਨ ਕਰ ਕਰਕੇ ਹੱਥਾਂ ਦੇ ਚੋਂ ਕੇਸ ਕੱਸ ਗਏ। ਤੇ ਫਿਰ ਰਾਜਾ ਕਹਿੰਦਾ ਕਿ ਠੀਕ ਹੈ, ਮੈਂ ਤੇ ਦਾਨ ਬਹੁਤਾ ਕੀਤਾ, ਤੇ ਤੇਰੇ ਹੱਥਾਂ ਦੇ ਵਿੱਚ ਕਿਉਂ ਨਹੀਂ ਆਏ? ਤੇਰੇ ਹੱਥਾਂ ਵਿੱਚ ਕੇਸ ਨਹੀਂ ਹੈਗੇ। ਤੇ ਵਜ਼ੀਰ ਕਹਿਣ ਲੱਗਾ ਕਿ ਰਾਜਨ, ਮੈਂ ਤੇ ਤੁਹਾਨੂੰ ਨਮਸਕਾਰਾਂ ਕਰ ਕਰਕੇ ਸਾਰੇ ਕੇਸ ਕੱਸ ਗਏ, ਕਿ ਮੈਂ ਤੁਹਾਨੂੰ ਨਮਸਕਾਰਾਂ ਕਰਦਾ ਰਹਿ ਗਿਆ, ਇਸ ਕਰਕੇ ਮੇਰੇ ਹੱਥਾਂ ਦੇ ਵਿੱਚ ਕੇਸ ਨਹੀਂ ਆਏ। ਫਿਰ ਸਾਧ ਸੰਗਤ ਜੀ ਕਹਿੰਦਾ ਹੈ ਕਿ ਆ ਬਾਕੀ ਦੁਨੀਆ ਦੇ ਲੋਕ ਹੈ, ਰਾਜਾ ਪੁੱਛਦਾ ਇਹਨਾਂ ਦੇ ਹੱਥਾਂ ਵਿੱਚ ਕਿਉਂ ਨਹੀਂ ਆਏ? ਉਹ ਵਜ਼ੀਰ ਕਹਿੰਦਾ ਕਿ ਇਹ ਤੇ ਮੰਗਦੇ ਰਹਿ ਗਏ, ਮੰਗ ਕੇ ਇਹਨਾਂ ਦੇ ਹੱਥਾਂ ਵਿੱਚ ਜਿਹੜੇ ਆ ਨਾ ਉਹ ਰੋਮ ਝੜ ਗਏ, ਇਸ ਕਰਕੇ ਇਹਨਾਂ ਦੇ ਹੱਥਾਂ ਵਿੱਚ ਨਹੀਂ ਰੋਮ ਆਏ। ਇਸ ਕਰਕੇ ਰਾਜਾ ਬੜਾ ਖੁਸ਼ ਹੋਇਆ। ਸਾਧ ਸੰਗਤ ਜਿਨ੍ਹਾਂ ਦੇ ਕੋਲ ਝੂਠ ਨੂੰ ਮਾਰਨ ਦਾ ਵੀ ਏਡਾ ਵਧੀਆ ਤਰੀਕਾ ਕਿ ਉਸ ਨੂੰ ਸੋਨੇ ਦੇ ਵਾਂਗ ਸਾਧ ਸੰਗਤ ਜੀ ਸਜਾਵਟ ਦੇ ਨਾਲ ਪੇਸ਼ ਕਰਨਾ, ਜਿਸ ਕਰਕੇ ਸਾਰੇ ਮੰਨ ਲੈਣਾ ਕਿ ਭਾਈ ਇਹ ਗੱਲ ਸੱਚੀ ਕਹਿ ਰਿਹਾ। ਦੋ ਸਾਧ ਸੰਗਤ ਜੀ ਇੱਕ ਵਾਰ ਪੱਕੇ ਮਿੱਤਰ ਸੀ। ਇੱਕ ਦੇ ਕੋਲ ਗੁਣ ਸੀ ਕਿ ਜਿੰਨਾ ਮਰਜ਼ੀ ਕੋਈ ਬੰਦਾ ਝੂਠ ਮਾਰੇ ਉਸ ਨੂੰ ਸੱਚ ਕਰ ਦਿੰਦਾ ਸੀ। ਤੇ ਜੰਗਲ ਦੇ ਵਿੱਚ ਸਾਧ ਸੰਗਤ ਜੀ ਇੱਕ ਵਾਰ ਉਹਨਾਂ ਦੇ ਵਿਚਾਰ ਹੋਈ, ਆਪਸ ਵਿੱਚ ਬਹਿਸੀ ਜਾਣ। ਚਲੋ ਕਹਿੰਦੇ ਆਪਾਂ ਰਾਜੇ ਦਰਗਾਹ ਦੇ ਵਿੱਚ ਜਾਂਦੇ ਆ, ਉੱਥੇ ਦਰਬਾਰ ਵਿੱਚ ਤੂੰ ਝੂਠ ਬੋਲੀ ਤਾਂ ਮੈਂ ਉਸ ਨੂੰ ਸੱਚ ਕਰਕੇ ਵਿਖਾਊਂਗਾ। ਦੋਵੇਂ ਮੰਨ ਕੇ ਰਾਜੀ ਹੋ ਗਏ। ਇੱਕ ਜਿਹੜਾ ਸਾਧ ਸੰਗਤ ਜੀ ਮਿੱਤਰ ਸੀ ਉਹ ਕਹਿਣ ਲੱਗਾ ਕਿ ਵੇਖੋ, ਇੱਕ ਵਾਰ ਦੀ ਗੱਲ ਹੈ ਕਿ ਸ਼ਿਕਾਰੀ ਨੇ ਸ਼ਿਕਾਰ ਕੀਤਾ, ਉੜਦਾ ਅਸਮਾਨ ਦੇ ਵਿੱਚ ਕਬੂਤਰ ਸੀ, ਤੇ ਕਬੂਤਰ ਨੂੰ ਮਾਰਿਆ ਗੁਲੇਲਾ, ਤੇ ਜਦੋਂ ਤੱਕ ਕਬੂਤਰ ਥੱਲੇ ਡਿੱਗਾ ਤੇ ਉਹ ਕਬਾਬ ਬਣ ਗਿਆ, ਭਾਵ ਉਹ ਸੜ ਗਿਆ ਕਬੂਤਰ ਪੂਰਾ। ਤੇ ਸਾਰੇ ਸਭਾ ਦੇ ਵਿੱਚ ਕਹਿਣ ਲੱਗੇ, ਉਹ ਕਿਆ ਬਾਤ, ਕਿੱਡਾ ਕੁਫਰ ਤੋਲੀ ਜਾ ਰਿਹਾ। ਸਾਰੇ ਕਹਿਣ ਲੱਗੇ ਝੂਠ 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 ਝੂਠ। ਹੁਣ ਜਦੋਂ ਦੂਜੇ ਨੂੰ ਕਿਹਾ ਕਿ ਭਾਈ ਤੂੰ ਇਸ ਨੂੰ ਸੱਚ ਕਰਕੇ ਵਿਖਾ, ਕਹਿੰਦਾ ਮੈਂ ਦੱਸਦਾ। ਜਦੋਂ ਸ਼ਿਕਾਰੀ ਨੇ ਮਾਰਿਆ ਨਾ ਸਾਧ ਸੰਗਤ ਜੀ ਗੁਲੇਲਾ ਜਾਂ ਢੀਮ ਮਾਰੀ, ਕਬੂਤਰ ਤੇ ਜਾ ਕੇ ਵੱਜੀ, ਤੇ ਕਬੂਤਰ ਨੇ ਖਾਧੀ ਸੀ ਰੋੜ। ਤੇ ਜਦੋਂ ਰੋੜੇ ਨਾਲ ਰੋੜਾ ਵੱਜਾ ਤੇ ਵਿੱਚੋਂ ਨਿਕਲੇ ਚੰਗਿਆੜੇ, ਤੇ ਜਦੋਂ ਕਬੂਤਰ ਥੱਲੇ ਡਿੱਗਾ ਤੇ ਪਹਿਲਾਂ ਹੀ ਸੀ ਨਾ ਰੋਈ ਬੋਈ ਦਾ ਘਾਹ ਪਿਆ ਸੀ ਥੱਲੇ, ਬੜਾ ਕੂੜਾ ਸੁੱਕਾ ਘਾਹ। ਜਦੋਂ ਉੱਥੇ ਆ ਕੇ ਡਿੱਗੇ ਚੰਗਿਆੜੇ ਡਿੱਗੇ ਤੇ ਉਹ ਉੱਥੇ ਅੱਗ ਬਲ ਗਈ, ਤੇ ਕਬੂਤਰ ਦਾ ਜਿਹੜਾ ਸੀ ਨਾ ਕਬਾਬ ਬਣ ਗਿਆ। ਇਸ ਕਰਕੇ ਸਾਰੇ ਸਭਾ ਦੇ ਵਿੱਚ ਲੋਕ ਕਹਿਣ ਲੱਗੇ ਭਾਈ ਸੱਚ ਹੈ ਸੱਚ ਹੈ। ਸਾਰੇ ਉਸ ਵੇਲੇ ਇਸ ਤਰ੍ਹਾਂ ਮੰਨ ਗਏ। ਇਵੇਂ ਸਾਧ ਸੰਗਤ ਜੀ ਇਹ ਜਿਹੜੇ ਲੋਕ ਹੁੰਦੇ ਆ ਜਿਨ੍ਹਾਂ ਦੇ ਕੋਲ ਇਹ ਗੁਣ ਹੁੰਦਾ ਹੈ ਕਿ ਝੂਠ ਨੂੰ ਵੀ ਐਡਾ ਸੋਨੇ ਦੇ ਗਹਿਣੇ ਦੇ ਵਾਂਗ ਸਾਧ ਸੰਗਤ ਬਣਾ ਦੇਣਾ, ਪੇਸ਼ ਕਰ ਦੇਣਾ, ਉਹਨਾਂ ਦੇ ਬਾਬਤ ਪਖੰਡੀ ਲੋਕਾਂ ਬਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਤ੍ਰੈਪਾਲ ਤਿਹਾਲ ਵਿਚਾਰੰ। ਤ੍ਰੈਪਾਲ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਕੌਣ ਹੈ? ਅਕਾਲ ਪੁਰਖ ਪਰਮੇਸ਼ਰ। ਤੇ ਹਾਲ ਤਿੰਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ, ਤਿੰਨ ਸਮੇਂ ਕਿਹੜੇ ਆ? ਜਾਂ ਦਿਨ ਦੇ ਲਾ ਲਓ, ਜਾਂ ਤਿੰਨ ਸਮੇਂ, ਤਿੰਨ ਕਾਲ, ਭੂਤ ਕਾਲ ਜਾਂ ਵਰਤਮਾਨ ਤੇ ਅੱਗੇ ਆਉਣ ਵਾਲਾ ਜਿਹੜਾ ਭਿਖਤ ਕਾਲ ਹੈ। ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਹੀ ਜਿਹੜਾ ਜੀਵ ਪਖੰਡ ਕਰਮ ਕਰਦਾ ਹੈ, ਕਦੀ ਵੀ ਉਸ ਅਕਾਲ ਪੁਰਖ ਪਰਮੇਸ਼ਰ ਜਿਹੜਾ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਹੈ ਨਾ, ਉਸ ਨੂੰ ਸਾਧ ਸੰਗਤ ਜੀ ਵਿਚਾਰਦਾ ਨਹੀਂ ਹੈ, ਉਸ ਦੀ ਵਿਚਾਰ ਹੀ ਨਹੀਂ ਕਰਦਾ। ਗਲ ਮਾਲਾ ਤਿਲਕ ਲਿਲਾਟੰ। ਤੇ ਹੋਰ ਕਿਹੜੇ ਕਰਮ ਕਰਦੇ ਨੇ? ਉਹ ਗੁਰੂ ਪਾਤਸ਼ਾਹ ਜੀ ਨੇ ਕਥਨ ਕੀਤੇ ਆ, ਗਲ ਦੇ ਵਿੱਚ ਰੁਦਰਾਖੀ ਮਾਲਾ ਪਹਿਨਦਾ ਹੈ, ਤੇ ਮੱਥੇ ਤੇ ਸਾਧ ਸੰਗਤ ਜੀ ਲਲਾਟ ਨਾਮ ਮੱਥੇ ਦਾ ਹੁੰਦਾ ਹੈ, ਤੇ ਮੱਥੇ ਤੇ ਬੜਾ ਲੰਬਾ, ਇਸ ਕਰਕੇ ਤਿਲਕ ਵੀ ਲਗਾਉਂਦਾ ਹੈ, ਦੁਨੀਆ ਨੂੰ ਵਿਖਾਉਂਦਾ ਕਿ ਮੈਂ ਭਾਈ ਬੜਾ ਸਾਧੂ ਮਹਾਤਮਾ ਹਾਂ, ਮੈਂ ਬੜਾ ਤਪੀ ਹਾਂ ਇਤਿਆਦਿਕ ਇਹ ਕਰਮ ਕਰਦਾ ਹੈ। ਗਲੇ ਵਿੱਚ ਰੁਦਰਾਖੀ ਮਾਲਾ ਵੀ ਪਹਿਨੀ ਹੋਈ ਹੈ, ਤੇ ਮੱਥੇ ਤੇ ਤਿਲਕ ਵੀ ਲਗਾਇਆ ਹੋਇਆ ਹੈ। ਦੋਏ ਧੋਤੀ ਬਸਤਰ ਕਪਾਟੰ। ਦੋ ਸਾਧ ਸੰਗਤ ਜੀ ਧੋਤੀਆਂ ਰੱਖਦਾ ਹੈ, ਇੱਕ ਬਦਲ ਲੈਂਦਾ, ਇੱਕ ਪਹਿਨ ਲੈਂਦਾ ਹੈ। ਬਸਤਰ ਕਪਾਟੰ, ਕਪਾਟ ਨਾਮ ਸਾਧ ਸੰਗਤ ਜੀ ਇਤਿਆਦਿਕ ਮੱਥੇ ਦਾ ਕਿਹਾ ਗਿਆ ਹੈ। ਇਸ ਦਾ ਕੀ ਕਰਮ ਹੁੰਦਾ? ਬ੍ਰਾਹਮਣ ਲੋਕਾਂ ਦਾ 8 ਨੁਕਰਾਂ ਵਾਲਾ ਸਾਧ ਸੰਗਤ ਜੀ ਕੱਪੜਾ ਹੁੰਦਾ ਲੀਰ, ਉਹ ਕੀ ਕਰਦੇ ਆ? ਗਿੱਲਾ ਕਰਕੇ ਨਾ ਇਸ ਨੂੰ ਆਪਣੇ ਸਿਰ ਤੇ ਰੱਖ ਲੈਂਦੇ ਆ, ਤੇ ਸਿਰ ਤੇ ਰੱਖ ਕਰ ਕਹਿੰਦੇ ਆ ਕਿ ਸਾਡੀ ਜਿਹੜੀ ਸਾਧ ਸੰਗਤ ਜੀ ਜੋ ਦਸਮ ਗ੍ਰੰਥ ਦੀ
ਵਾਹਿਗੁਰੂ ਦਸਮ ਦਵਾਰ ਦੀ ਸਾਧ ਸੰਗਤ ਦੇ ਜਿਹੜਾ ਗੁਰਮੈਸ਼ ਹੈ ਨਾ, ਉਹ ਬਾਹਰ ਨਾ ਨਿਕਲੇ ਸਾਧ ਸੰਗਤ ਜੀ। ਇਸ ਕਰਕੇ ਆਪਣੇ ਸਿਰ ਤੇ ਗਿੱਲਾ ਕੱਪੜਾ ਕਰਕੇ ਸਾਧ ਸੰਗਤ ਜੀ ਉਸ ਨੂੰ ਆਪਣੇ ਸਿਰ ਤੇ ਰੱਖ ਲੈਂਦੇ ਨੇ। ਇਹ ਇਹਨਾਂ ਦੇ ਪਖੰਡ ਕਰਮ ਹੁੰਦੇ ਆ। ਇਹ ਬ੍ਰਾਹਮਣ ਲੋਕਾਂ ਦੇ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਇਹ ਜੀਵ ਲੋਕ ਜਿਹੜੇ ਕਰਮ ਕਰਦੇ ਹਨ, 2 ਧੋਤੀਆਂ ਰੱਖਦੇ ਆ, ਵਸਤਰ ਗਿੱਲਾ ਕਰਕੇ ਸਿਰ ਤੇ ਰੱਖ ਲੈਂਦੇ ਹਨ। ਜੋ ਜਾਨਸ ਬ੍ਰਹਮੰ ਕਰਮੰ, ਇਹਨਾਂ ਸਾਰੇ ਕਰਮਾਂ ਨੂੰ ਸਾਧ ਸੰਗਤ ਜੀ ਜਿਹੜਾ ਜੀਵਨ ਜਾਣ ਲੈਂਦਾ ਹੈ। ਜੋ ਜਾਨਸ ਬ੍ਰਹਮੰ ਕਰਮੰ, ਜਿਹੜਾ ਬ੍ਰਹਮ ਨੂੰ ਜਾਣਨੇ ਕਰਕੇ ਇੱਕ ਜੀਵ ਇਹਨਾਂ ਸਾਰੇ ਕਰਮਾਂ ਨੂੰ ਜਾਣ ਲੈਂਦਾ ਹੈ, ਉਸ ਨੂੰ ਸਾਧ ਸੰਗਤ ਜੀ ਇਸ ਸਾਰੀ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ, ਸਭ ਫੋਕਟ ਨਿਸ਼ਚੈ ਕਰਮੰ। ਕੀ ਜਾਣਦਾ ਹੈ ਉਹ ਗੁਰੂ ਪਾਤਸ਼ਾਹ ਜੀ ਦਰਸਾਉਂਦੇ ਹਨ ਕਿ ਸਭ ਫੋਕਟ। ਫੋਕਟ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜਿਸ ਦੇ ਵਿੱਚ ਕੋਈ ਦਾਣਾ ਨਾ ਹੋਵੇ, ਵਿਅਰਥ ਹੋਵੇ, ਤਾਂ ਉਸ ਨੂੰ ਆਪਾਂ ਫੋਕਲ ਕਹਿ ਦਿੰਦੇ ਹਾਂ ਕਿ ਇਹ ਫੋਕਾ ਹੀ ਹੈ, ਇਸ ਵਿੱਚ ਕੋਈ ਦਾਣਾ ਨਹੀਂ, ਕੋਈ ਫਲ ਨਹੀਂ। ਇਸ ਕਰਕੇ ਇਹਨਾਂ ਕਰਮਾਂ ਦੇ ਵਿੱਚ ਵੀ ਕੋਈ ਫਲ ਨਹੀਂ। ਕਿਸੇ ਤਰ੍ਹਾਂ ਵੀ ਜੀਵ ਨੂੰ ਸਾਧ ਸੰਗਤ ਜੀ ਇਸ ਦੀ ਸਹਾਇਤਾ ਕਰਨ ਵਾਲੇ ਨਹੀਂ ਆ। ਇਹਨਾਂ ਕਰਮਾਂ ਦਾ ਵੀ ਫਲ ਕੁਝ ਨਹੀਂ ਹੁੰਦਾ। ਇਸ ਕਰਕੇ ਫੋਕਟ ਹਨ, ਵਿਅਰਥ ਹਨ। ਸਭ ਫੋਕਟ ਨਿਸ਼ਚੈ ਕਰਮੰ, ਜਿਹੜਾ ਜੀਵ ਇਸ ਕਰਕੇ ਬ੍ਰਹਮ ਨੂੰ ਜਾਣਨੇ ਕਰਕੇ ਆਪਣੇ ਹਿਰਦੇ ਵਿੱਚ ਨਿਸ਼ਚੈ ਕਰ ਲੈਂਦਾ ਹੈ। ਕੀ ਨਿਸ਼ਚੈ ਕਰਦਾ ਹੈ ਕਿ ਕਰਮੰ ਸਭ ਫੋਕਟ, ਇਹ ਸਾਰੇ ਕਰਮ ਜਿਹੜੇ ਹਨ ਫੋਕਟ ਹਨ, ਵਿਅਰਥ ਹਨ। ਕਹੋ ਨਾਨਕ ਨਿਸ਼ਚਉ ਧਿਆਵੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ, ਭਾਈ ਜਿਹੜਾ ਅਕਾਲ ਪੁਰਖ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਨਿਸ਼ਚੈ ਕਰਕੇ ਧਿਆ ਲੈਂਦਾ ਹੈ, ਬਿਨ ਸਤਿਗੁਰ ਬਾਟ ਨਾ ਪਾਵੈ। ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਸੰਸਾਰ ਦੇ ਵਿੱਚ ਸੱਚੇ ਗੁਰਾਂ ਤੋਂ ਬਗੈਰ ਜੋ ਸਾਧ ਸੰਗਤ ਜੀ ਪਰਮਾਰਥ ਦਾ ਰਸਤਾ ਹੈ, ਜਾਂ ਮੁਕਤੀ ਦਾ ਰਸਤਾ ਹੈ, ਬਾਟ ਨਾਮ ਰਸਤੇ ਦਾ ਹੈ, ਉਹ ਜੀਵ ਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ। ਨਿਹ ਫਲੰ ਤਸ ਜਨਮਸ ਜਾਵਦ ਬ੍ਰਹਮ ਨਾ ਬਿੰਦਤੇ। ਇੱਥੇ ਪਹਿਲੇ ਸ਼ਲੋਕ ਦੀ ਸੰਪੂਰਨਤਾ ਹੋਈ ਹੈ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਖੰਡ ਦਾ ਕਥਨ ਕੀਤਾ ਹੈ। ਦੂਸਰੇ ਸ਼ਲੋਕ ਦੀ ਆਰੰਭਤਾ ਕਰਦੇ ਹੋਏ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਧ ਸੰਗਤ ਜੀ ਮਿਲਣ ਦਾ ਜੋ ਸਫਲਤਾ ਹੈ ਉਸ ਨੂੰ ਕਥਨ ਕਰਦੇ ਹਨ, ਨਿਫਲੰ ਤਸ ਜਨਮਸ। ਤਸ ਤਿਸ ਮਨੁੱਖ ਦਾ ਜਨਮ ਨਿਫਲ ਹੈ, ਵਿਅਰਥ ਹੈ। ਜਾਵਦ ਬ੍ਰਹਮ ਨਾ ਬਿੰਦਤੇ, ਜਦੋਂ ਤੱਕ ਸਾਧ ਸੰਗਤ ਜੀ ਇੱਕ ਜੀਵ ਨੇ ਬ੍ਰਹਮ ਕਈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਨੂੰ ਬਿੰਦ ਤੇ ਜਾਣਿਆ ਨਹੀਂ ਹੈ, ਜਿਸ ਨੇ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਸਰੂਪ ਨੂੰ ਜਾਣਨਾ ਹੀ ਨਹੀਂ ਕੀਤਾ, ਉਹ ਸਾਧ ਸੰਗਤ ਜੀ ਜੀਵ ਦਾ ਸੰਸਾਰ ਦੇ ਵਿੱਚ ਜਿਉਣਾ ਬਿਲਕੁਲ ਵਿਅਰਥ ਹੈ। ਉਸ ਮਨੁੱਖ ਦੇ ਜਨਮ ਧਾਰਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ। ਸਾਗਰੰ ਸੰਸਾਰ ਰਸ ਗੁਰ ਪ੍ਰਸਾਦੀ ਤਰਹਿ ਕੇ। ਇਹ ਜਿਹੜਾ ਸਾਧ ਸੰਗਤ ਜੀ ਸੰਸਾਰ ਹੈ, ਇਹ ਸਾਗਰੰ ਦੀ ਨਿਆਈ ਹੈ। ਸਾਗਰ ਨਾਮ ਕੇ ਲਈ ਸਮੁੰਦਰ ਦੀ ਨਿਆਈ ਅਸ ਹੈ। ਇਹ ਸੰਸਾਰ ਭਉਜਲ ਸਮੁੰਦਰ ਦੀ ਨਿਆਈ ਹੈ। ਕਿਵੇਂ ਹੈ ਸਾਧ ਸੰਗਤ ਜੀ? ਇਸ ਦੇ ਵਿੱਚ ਅਨੇਕਾਂ ਸਾਧ ਸੰਗਤ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਸਾਧ ਸੰਗਤ ਜੀ ਅਨੇਕਾਂ ਜਾਨਵਰ ਹਨ, ਜਿਹੜੇ ਵੇਂ ਸਮੁੰਦਰ ਦੇ ਵਿੱਚ ਸਾਧ ਸੰਗਤ ਜੀ ਹੁੰਦੇ ਆ ਨਾ, ਬੜੇ ਭਿਆਨਕ ਜੀਵ। ਇਸੇ ਤਰ੍ਹਾਂ ਭਉਜਲ ਸੰਸਾਰ ਦੇ ਵਿੱਚ ਵੀ ਇਹੋ ਜਿਹੇ ਭਿਆਨਕ ਜੀਵਾਂ ਦਾ ਵਾਸਾ ਹੈ, ਜਿਹੜੇ ਨਿਤਾ ਪ੍ਰਤੀ ਇੱਕ ਜੀਵ ਨੂੰ ਸਾਧ ਸੰਗਤ ਦੀ ਖਾਣ ਦੀ ਸਮਰੱਥਾ ਰੱਖਦੇ ਆ। ਹਮੇਸ਼ਾ ਜੀਵ ਇਹਨਾਂ ਦੇ ਅਧੀਨ ਰਹਿੰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ, ਇਸ ਕਰਕੇ ਇਹ ਜਿਹੜਾ ਸੰਸਾਰ ਹੈ, ਭਉਜਲ ਸੰਸਾਰ ਇੱਕ ਸਮੁੰਦਰ ਦੀ ਨਿਆਈ ਹੈ। ਅਸ ਨਾਮ ਹੈ ਦਾ ਹੁੰਦਾ ਹੈ, ਗੁਰ ਪ੍ਰਸਾਦੀ ਤਰਹਿ ਕੇ। ਜਿਵੇਂ ਇੱਕ ਪ੍ਰਤੱਖ ਸਮੁੰਦਰ ਦੇ ਵਿੱਚੋਂ ਜਿਨ੍ਹਾਂ ਨੂੰ ਵੱਡੇ ਜਹਾਜ਼ ਦਾ ਆਸਰਾ ਮਿਲ ਜਾਂਦਾ ਉਹ ਤਰ ਜਾਂਦੇ ਨੇ, ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਭਉਜਲ ਸੰਸਾਰ ਦੇ ਵਿੱਚ ਉਹਨਾਂ ਜੀਵਾਂ ਦਾ ਤਰਨਾ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਸ਼ਰਨ ਪ੍ਰਾਪਤ ਹੋਈ ਹੈ। ਗੁਰੂ ਪ੍ਰਸਾਦੀ, ਗੁਰੂ ਦੀ ਕਿਰਪਾ ਹੋਣੇ ਕਰਕੇ ਉਹ ਜੀਵ ਸੰਸਾਰ ਦੇ ਵਿੱਚੋਂ ਤਰ ਜਾਂਦੇ ਹਨ। ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਥਨ ਕਰਦੇ ਹਨ ਕਿ ਵਿਚਾਰ ਕਰਕੇ, ਸਮਝ ਵਿਚਾਰ ਕੇ ਆਪ ਜੀ ਨੂੰ ਦੱਸਦੇ ਹਾਂ ਕਿ ਭਾਈ ਜੋ ਅਕਾਲ ਪੁਰਖ ਪਰਮੇਸ਼ਰ ਹੈ ਉਹ ਸਾਰੇ ਸਾਧ ਸੰਗਤ ਜੀ ਕਰਨਾਂ ਨੂੰ ਕਰਨ ਵਾਲਾ ਹੈ। ਜਿੰਨੇ ਵੀ ਧਰਤੀ ਦੇ ਕਾਰਨ ਹੁੰਦੇ ਆ, ਸੁੱਖਾਂ ਨੂੰ ਦੇਣ ਦਾ ਕਾਰਨ ਪਰਮੇਸ਼ਰ ਵਾਹਿਗੁਰੂ, ਦੁੱਖ ਦੇਣ ਦਾ ਕਾਰਨ ਵਾਹਿਗੁਰੂ। ਜੇ ਕਿਸੇ ਜੀਵ ਨੂੰ ਦੁੱਖ ਹੁੰਦੇ ਆ, ਸੁੱਖ ਹੁੰਦੇ ਆ, ਸਾਰਿਆਂ ਨੂੰ ਸਾਧ ਸੰਗਤ ਜੀ ਉਹ ਦੁੱਖ ਸੁੱਖ ਨੂੰ ਦੇਣੇ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ।
ਮਾਇਆ ਦੇ ਸਾਧ ਸੰਗ ਸਹਿਤ ਰਜੋ ਤਮੋ ਸਤੋ ਇਤਿਆਦਿਕ ਇਹਨਾਂ ਗੁਣਾਂ ਦੇ ਸਾਧ ਸੰਗ ਦੇ ਕਾਰਨਾਂ ਨੂੰ ਦੇਣ ਵਾਲਾ ਅਕਾਲ ਪੁਰਖ ਪਰਮੇਸ਼ਰ, ਅਵਿਦਿਆ ਨੂੰ ਦੇਣੇ ਵਾਲਾ ਵਾਹਿਗੁਰੂ, ਅਗਿਆਨਤਾ ਨੂੰ ਹਰਨ ਵਾਲਾ ਪਰਮੇਸ਼ਰ ਇਤਿਆਦਿਕ ਸੰਸਾਰ ਦੇ ਵਿੱਚ ਜਿੰਨੇ ਵੀ ਕਾਰਨ ਹਨ ਉਹਨਾਂ ਨੂੰ ਕਰਨੇ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਹੈ। ਇਸ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਹਿਗੁਰੂ ਨੂੰ ਕਾਰਨ ਕਹਿ ਰਹੇ ਹਨ। ਸਾਰੇ ਕਾਰਨਾਂ ਨੂੰ ਕਰਨੇ ਵਾਲਾ ਜੋ ਪਰਮੇਸ਼ਰ ਹੈ ਉਹ ਸਮਰੱਥ ਹੈ। ਅੱਗੇ ਫਿਰ ਪਰਮੇਸ਼ਰ ਦਾ ਗੁਣ ਵੀ ਕਥਨ ਕਰ ਦਿੱਤਾ ਹੈ ਕਿ ਭਾਈ ਪਰਮੇਸ਼ਰ ਦੀ ਸਮਰੱਥਤਾ ਹੀ ਇੰਨੀ ਹੈ ਕਿ ਸੰਸਾਰ ਦੇ ਸਾਰੇ ਕਾਰਜ ਹੀ ਆਪ ਕਰ ਰਿਹਾ ਹੈ। ਕਹੋ ਨਾਨਕ ਵਿਚਾਰ ਅੰਤਰੀ ਭਾਵ ਅੰਦਰ ਪਾਈ ਅਜਿਹੇ ਗੁਣਾਂ ਵਾਲੇ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰੋ। ਜਾਂ ਭਾਈ ਵਿਚਾਰ ਕਰਕੇ ਦੱਸਿਆ ਕਿ ਪਰਮੇਸ਼ਰ ਵਿੱਚ ਇੰਨੇ ਬੇਅੰਤ ਗੁਣ ਹਨ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਫਿਰ ਅੱਗੇ ਪਰਮੇਸ਼ਰ ਦਾ ਹੋਰ ਸਰੂਪ ਕਥਨ ਕਰਦੇ ਹਨ ਕਿ ਭਾਈ ਇਹ ਜਿੰਨੇ ਕਾਰਨ ਹਨ ਧਰਤੀ ਦੇ ਇਹ ਸਾਰੇ ਹੈ ਵੀ ਅਕਾਲ ਪੁਰਖ ਪਰਮੇਸ਼ਰ ਦੇ ਅਧੀਨ। ਜਿਵੇਂ ਸੂਰਜ ਹੈ ਧਰਤੀ ਤੇ ਪ੍ਰਕਾਸ਼ ਕਰਦਾ ਹੈ, ਵਾਹਿਗੁਰੂ ਦੇ ਭਾਣੇ ਵਿੱਚ ਹੈ। ਆਕਾਸ਼ ਸਾਧ ਸੰਗਤ ਜੀ ਬਿਨਾਂ ਥੰਮਾਂ ਤੋਂ ਰੱਖਿਆ ਹੋਇਆ ਹੈ, ਇਹ ਵੀ ਜਿਹੜਾ ਕਾਰਨ ਪਰਮੇਸ਼ਰ ਦੇ ਹੁਕਮ ਵਿੱਚ ਬੱਝਾ ਹੋਇਆ ਹੈ। ਚੰਦਰਮਾ ਰਾਤ ਵੇਲੇ ਪ੍ਰਕਾਸ਼ ਕਰਦਾ ਹੈ, ਵਾਹਿਗੁਰੂ ਦੇ ਹੁਕਮ ਵਿੱਚ ਹੈ। ਇਹ ਸਾਰੇ ਸੰਸਾਰ ਤੇ ਨਦੀਆਂ ਸਮੁੰਦਰ ਵਹਿ ਰਹੇ ਨੇ ਉਸ ਵਾਹਿਗੁਰੂ ਦੇ ਵਸ ਵਿੱਚ, ਇਸ ਕਰਕੇ ਪਰਮੇਸ਼ਰ ਦੇ ਹੁਕਮ ਵਿੱਚ ਹਨ। ਜਿਨ ਕਲ ਰੱਖੀ ਧਾਰ, ਜਿਸ ਪਰਮੇਸ਼ਰ ਨੇ ਕਲ ਨਾਮ ਸ਼ਕਤੀ ਦਾ ਹੈ ਸਾਰੇ ਤੱਤਾਂ ਨੂੰ ਸਾਧ ਸੰਗਤ ਜੀ ਆਪਣੀ ਸ਼ਕਤੀ ਦੇ ਆਸਰੇ ਸੰਸਾਰ ਦੇ ਚ ਰੱਖਣਾ ਕੀਤਾ ਹੈ, ਧਾਰਨਾ ਕੀਤਾ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣ ਹੈ। ਦੋ ਸ਼ਲੋਕਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਖੰਡਾ ਤੇ ਪਰਮੇਸ਼ਰ ਦੇ ਗੁਣਾਂ ਬਾਬਤ ਕਹਿ ਕਰਕੇ ਅੱਗੋਂ ਗੋਪਾਲ ਦਾਤ ਨੇ ਪੁੱਛਿਆ ਕਿ ਮਹਾਰਾਜ ਜੀ ਕਿਰਪਾ ਕਰੋ, ਇਹ ਸਾਡੇ ਧਰਮ ਦੇ ਅਨੁਸਾਰ ਜਿਹੜਾ ਨਾ ਵੱਖਰੇ ਵੱਖਰੇ 4 ਵਰਨ ਹਨ, 4 ਵਰਨਾਂ ਦੇ ਵੱਖਰੇ ਵੱਖਰੇ ਕਰਮ ਹਨ। ਸੋ ਮਹਾਰਾਜ ਜੀ ਸਾਡੇ ਧਰਮ ਦੇ ਅਨੁਸਾਰ ਸਧਾਰਨ ਧਰਮ ਦੇ ਅਨੁਸਾਰ ਸਾਨੂੰ ਉਪਦੇਸ਼ ਬਖਸ਼ੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਸ਼ਲੋਕ ਵਿੱਚ ਸਧਾਰਨ ਤੇ ਅਸਧਾਰਨ ਧਰਮ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੀਤਾ ਹੈ। ਇੱਥੇ ਸ਼ਬਦੰ ਸ਼ਬਦ ਆਵੇਗਾ। ਸ਼ਬਦੰ ਸ਼ਬਦ ਦੇ 3 ਅਰਥ ਮਹਾਂਪੁਰਖਾਂ ਨੇ ਕੀਤੇ ਹਨ। ਪਹਿਲਾ ਸ਼ਬਦੰ ਦਾ ਅਰਥ ਹੈ ਸਾਧ ਸੰਗਤ ਜੀ ਧਰਮ, ਦੂਸਰਾ ਸ਼ਬਦ ਦਾ ਅਰਥ ਹੈ ਉਪਦੇਸ਼, ਤੀਸਰਾ ਸ਼ਬਦੰ ਅਰਥ ਅੱਗੇ ਆਵੇਗਾ ਬ੍ਰਹਮ। ਇਹ ਤੀਸਰੇ 3 ਅਰਥ ਕਰਨੇ ਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਸਭ ਤੋਂ ਪਹਿਲਾਂ ਭਾਈ ਜਿਹੜੇ ਸ੍ਰੇਸ਼ਟ ਜਿਹੜੇ ਹਿੰਦੂ ਧਰਮ ਦੇ ਵਿੱਚ ਮੰਨੇ ਗਏ ਹਨ ਯੋਗੀ ਲੋਕ, ਜੋਗੀਆਂ ਦਾ ਸ਼ਬਦੰ ਧਰਮ ਕੀ ਹੈ ਕਿ ਹਮੇਸ਼ਾ ਸਾਧ ਸੰਗਤ ਜੀ ਗਿਆਨ ਸ਼ਬਦੰ, ਗਿਆਨ ਦਾ ਉਪਦੇਸ਼ ਦੇਣਾ, ਇਹ ਭਾਈ ਜੋਗੀਆਂ ਲੋਕਾਂ ਦਾ ਧਰਮ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਸਾਧ ਸੰਗਤ ਜੀ ਸ਼ਬਦ ਕੀ ਹੈ, ਧਰਮ ਕੀ ਹੈ ਕਿ ਵੇਦਾਂ ਦਾ ਸਾਧ ਸੰਗਤ ਜੀ ਉਪਦੇਸ਼ ਦੇਣਾ। ਇਹ ਬ੍ਰਾਹਮਣ ਲੋਕਾਂ ਦਾ ਕਰਮ ਹੈ ਕਿ ਵਿਦਿਆ ਪੜ੍ਹਨੀ ਪੜਾਉਣੀ, ਦਾਨ ਦੇਣਾ ਤੇ ਦਾਨ ਲੈਣਾ ਤੇ ਇਤਿਆਦਿ ਕਿਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਇਹ 6 ਕਰਮ ਇਹਨਾਂ ਬ੍ਰਾਹਮਣ ਲੋਕਾਂ ਦੇ ਮੰਨੇ ਗਏ ਹਨ। ਦਾਨ ਦੇਣਾ ਤੇ ਦਾਨ ਲੈਣਾ ਇਹ ਬ੍ਰਾਹਮਣ ਲੋਕਾਂ ਦਾ ਕਰਮ ਹੁੰਦਾ ਹੈ। ਤੇ ਇਹਨਾਂ ਦਾ ਉਪਦੇਸ਼ ਕੀ ਹੈ ਕਿ ਹਮੇਸ਼ਾ ਆਪ ਨਾਲ ਗਿਆਨ ਪ੍ਰਾਪਤ ਕਰਨਾ, ਗਿਆਨ ਧਾਰਨ ਕਰਨਾ ਤੇ ਹੋਰਨਾਂ ਨੂੰ ਗਿਆਨ ਦਾ ਉਪਦੇਸ਼ ਦੇਣਾ। ਇਹ ਬ੍ਰਾਹਮਣ ਲੋਕਾਂ ਦਾ ਸ਼ਬਦੰ ਧਰਮ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ। ਖੱਤਰੀ ਦਾ ਸਾਧ ਸੰਗਤ ਜੀ ਖੱਤਰੀ ਦਾ ਸ਼ਬਦੰ ਧਰਮ ਕੀ ਹੈ? ਸੂਰ ਹੋਣਾ, ਸੂਰਮਤਾਈ ਸਾਧ ਸੰਗਤ ਜੀ ਧਾਰਨ ਕਰਨੀ, ਸੂਰਮੇ ਹੋਣਾ ਇਹ ਖੱਤਰੀ ਦਾ ਧਰਮ ਹੈ, ਗੁਣ ਹੈ। ਤੇ ਹਮੇਸ਼ਾ ਸਾਧ ਸੰਗਤ ਜੀ ਸੂਰਮਤਾਈ ਦੇ ਗੁਣ, ਸੂਰਮਤਾਈ ਦਾ ਉਪਦੇਸ਼, ਦੂਸਰਿਆਂ ਨੂੰ ਸ਼ਬਦੰ ਉਪਦੇਸ਼ ਜਿਹੜਾ ਨਾ ਸਮਝਾਉਣਾ, ਇਹ ਖੱਤਰੀ ਦਾ ਧਰਮ ਹੈ ਕਿ ਆਪ ਵੀ ਸੂਰਮੇ ਹੋਣਾ, ਆਪ ਵੀ ਸੂਰਮਤਾਈ ਦੇ ਗੁਣ ਧਾਰਨ ਕਰਨੇ ਤੇ ਹੋਰਨਾਂ ਨੂੰ ਵੀ ਸੂਰਮਤਾਈ ਦੇ ਸਾਧ ਸੰਗਤ ਜੀ ਗੁਣਾਂ ਦਾ ਉਪਦੇਸ਼ ਦੇਣਾ, ਇਹ ਖੱਤਰੀ ਦਾ ਧਰਮ ਹੈ। ਸੂਦਰ ਸ਼ਬਦੰ ਪ੍ਰਾਕਿਰਤ ਹੈ। ਸੂਦਰ ਦਾ ਸ਼ਬਦ ਧਰਮ ਕੀ ਕਹੀਏ? ਮਹਾਰਾਜ ਕਹਿੰਦੇ ਹਨ ਪ੍ਰਾਕਿਰਤ ਹੈ, ਪਰਾਈ ਕਿਰਤ ਕਰਨੀ, ਪਰਾਇਆਂ ਦੇ ਘਰ ਜਾ ਕਰਕੇ ਪਰਾਈ ਕਿਰਤ ਕਰਕੇ ਇਤਿਆਦਿਕ ਆਪਣਾ ਗੁਜ਼ਾਰਾ ਕਰਨਾ, ਇਹ ਸ਼ੂਦਰ ਲੋਕਾਂ ਦਾ ਉਸ ਵੇਲੇ ਦਾ ਧਰਮ ਸੀ। ਤੇ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜੋ ਚੌਥਾ ਵਰਨ ਹੈ ਹਿੰਦੂ ਧਰਮ ਦਾ, ਉਹ ਕੌਣ ਹੈ? ਵੈਸ਼। ਪ੍ਰਾਕਿਰਤ ਹੈ। ਵੈਸ਼ ਦੇ ਵਾਸਤੇ ਪ੍ਰਾਕਿਰਤ ਹੈ ਸ਼ਬਦ ਅਰਥ ਕਰਨਾ ਹੈ, ਪ੍ਰਾਦ ਅਰਥ ਹੈ ਵਿਸ਼ੇਸ਼ ਕਰਕੇ, ਕਿਰਤ ਕਹਿੰਦੇ ਆਪਣੀ ਕਿਰਤ ਕਰਨੀ। ਵੈਸ਼ ਦਾ ਧਰਮ ਕੀ ਹੈ ਕਿ ਹਮੇਸ਼ਾ ਸਾਧ ਸੰਗਤ ਜੀ ਆਪਣੀ ਖੇਤੀ ਕਰਨੀ, ਇਤਿਆਦਿਕ ਆਪਣਾ ਜਿਹੜਾ ਕਰਮ ਕਰਦਾ ਹੈ
ਉਸ ਨੂੰ ਸਾਧ ਸੰਗਤ ਜੀ ਵੈਸ਼ ਕਿਹਾ ਜਾਂਦਾ ਹੈ। ਵੈਸ਼ ਦਾ ਧਰਮ ਕੀ ਹੈ? ਵਿਸ਼ੇਸ਼ ਕਰਕੇ ਆਪਣੀ ਕਿਰਤ ਕਰਨੀ। ਸ਼ੂਦਰ ਦਾ ਕੀ ਧਰਮ ਹੈ? ਕਿ ਹਮੇਸ਼ਾ ਪਰਾਈ ਕਿਰਤ ਕਰਨੀ। ਪ੍ਰਾਕਿਰਤ ਹੈ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋਨਾਂ ਦੇ ਸਾਧ ਸੰਗਤ ਜੀ ਕਰਮ ਧਰਮ ਜਿਹੜੇ ਨਾ ਕਥਨ ਕੀਤੇ ਹਨ। ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣਸ ਭਇਓ। ਇਹ ਦੋ ਪੰਕਤੀਆਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਦੇ ਧਰਮ ਦੇ ਅਨੁਸਾਰ ਸਾਧ ਸੰਗਤ ਸਮਝਾਉਣੀਆਂ ਕੀਤੀਆਂ। ਅੱਗੇ ਦੋਨਾਂ ਪੰਕਤੀਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਅਨੁਸਾਰ ਜੋ ਸਾਧ ਸੰਗਤ ਜੀ ਧਰਮ ਹੈ ਉਹ ਸਮਝਾਉਣਾ ਕੀਤਾ ਹੈ ਕਿ ਸਾਡੇ ਅਨੁਸਾਰ ਭਾਈ ਸਾਰੇ ਜਿਹੜੇ ਧਰਮ ਹਨ ਸਾਂਝੇ ਹਨ। ਸਰਬ ਸ਼ਬਦੰ ਤਾਂ ਏਕ ਸ਼ਬਦੰ, ਸਾਰੇ ਸਾਧ ਸੰਗਤ ਜੀ ਧਰਮਾਂ ਨੂੰ ਤਾਂ ਏਕ ਸ਼ਬਦੰ ਭਾਈ ਇੱਕੋ ਉਪਦੇਸ਼ ਜੋ ਅਕਾਲ ਪੁਰਖ ਪਰਮੇਸ਼ਰ ਦਾ ਹੈ ਉਹ ਹੀ ਹੈ। ਕੀ ਹੈ ਭਾਈ? ਜੇ ਕੋ ਜਾਣ ਸਪਿਓ, ਜਿਹੜਾ ਕੋਈ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਭਿਓ ਨਾਮ ਹੈ ਭੇਦ ਨੂੰ ਜਾਣ ਲਵੇ, ਉਹ ਭਾਈ ਸਾਰਿਆਂ ਦੇ ਵਾਸਤੇ ਇੱਕ ਉਪਦੇਸ਼ ਹੈ, ਇੱਕੋ ਧਰਮ ਦੀ ਸਿੱਖਿਆ ਹੈ। ਨਾਨਕ ਤਾਕੋ ਦਾਸ ਹੈ ਸੋਏ ਨਿਰੰਜਨ ਦੇਓ। ਫਿਰ ਸਾਧ ਸੰਗਤ ਕਥਨ ਕੀਤਾ ਹੈ ਕਿ ਜਿਸ ਜੀਵ ਨੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਭਿਓ ਭੇਦ ਨੂੰ ਜਾਣ ਲੈਣਾ ਕੀਤਾ ਹੈ ਨਾ, ਉਹ ਸਾਧ ਸੰਗਤ ਜੀ ਉਸ ਦੇ ਜੀਵ ਦੇ ਦਾਸ ਬਣੋ। ਜੇਕਰ ਕੋਈ ਸੰਸਾਰ ਦੇ ਵਿੱਚ ਜੀਵ ਉਸ ਅਜਿਹੇ ਪੁਰਖ ਦਾ ਦਾਸ ਹੈ ਸੋਈ ਨਿਰੰਜਨ ਦਿਓ, ਤੇ ਉਹ ਸਾਧ ਸੰਗਤ ਜੀ ਜਿਸ ਨੇ ਪਰਮੇਸ਼ਰ ਦੇ ਭੇਦ ਨੂੰ ਜਾਣਨਾ ਕੀਤਾ ਹੈ ਉਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਹਨ ਕਿ ਭਾਈ ਉਹ ਨਿਰੰਜਨ ਹੈ, ਉਹ ਸ਼ੁੱਧ ਸਰੂਪ ਹੈ, ਉਹ ਜੀਵ ਮਾਇਆ ਰੂਪੀ ਕਾਲਕ ਤੋਂ ਰਹਿਤ ਹੈ। ਦਿਓ ਨਾਮ ਪ੍ਰਕਾਸ਼ ਸਰੂਪ ਦਾ ਹੈ, ਭਾਈ ਉਹ ਪ੍ਰਕਾਸ਼ ਸਰੂਪ ਬ੍ਰਹਮ ਰੂਪ ਹੈ। ਉਹ ਸਾਧ ਸੰਗਤ ਜੀ ਸ਼ੁੱਧ ਸਰੂਪ ਦਾ ਮਾਲਕ ਬਣ ਜਾਂਦਾ ਹੈ। ਕਿਸੇ ਤਰੀਕੇ ਦੇ ਨਾਲ ਉਸ ਵਿੱਚ ਭੇਦ ਨਹੀਂ ਰਹਿੰਦਾ। ਹਰ ਜਨ ਦੁਈ ਏਕ ਹੈ, ਬੇਵਿਚਾਰ ਕਛ ਨਾਹੀ। ਜਲ ਤੇ ਉਜ ਤਰੰਗ ਦਿਓ ਜਲ ਹੀ ਬਿਖੈ ਸਮਾਹੇ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੀਸਰੇ ਸ਼ਲੋਕ ਦੇ ਵਿੱਚ ਇਹ ਧਰਮ ਦਾ ਪਾਵਨ ਪਿਤਰ ਉਪਦੇਸ਼ ਕਰਕੇ ਗੋਪਾਲ ਦਾਸ ਤੇ ਉਸਦੇ ਸਾਰੇ ਸਾਥੀਆਂ ਨੂੰ ਸਮਝਾਉਣਾ ਕੀਤਾ ਹੈ। ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ। ਚੌਥੇ ਸ਼ਲੋਕ ਵਿੱਚ ਇਹਨਾਂ ਸਾਧ ਸੰਗਤ ਜੀ ਗੋਪਾਲ ਦੱਤ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ ਸਾਨੂੰ ਜੀਵ ਤੇ ਇਸ ਜਿਹੜੀ ਏਕਤਾ ਦਾ ਭੇਦ ਹੈ ਇਹ ਸਮਝਾਉਣਾ ਕਰੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੋਪਾਲ ਦੱਤ ਦੀ ਬੇਨਤੀ ਸਰਵਣ ਕਰਕੇ ਸਮਝਾਉਣਾ ਕੀਤਾ, ਭਾਈ ਏਕ ਕ੍ਰਿਸ਼ਨੰ ਜੋ ਇੱਕ ਸ਼ੁੱਧ ਸਰੂਪ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਤਾ ਸਰਬ ਦੇਵਾ, ਉਹ ਭਾਈ ਸਾਰਿਆਂ ਦਾ ਦੇਵਾ ਕੀ ਪ੍ਰਕਾਸ਼ ਸਰੂਪ ਹੈ। ਦੇਵ ਦੇਵਾ ਤਾਂ ਆਤਮਾ ਹੈ, ਉਹ ਸਾਰੇ ਦੇਵਤਿਆਂ ਦਾ ਵੀ ਸਾਧ ਸੰਗਤ ਜੀ ਦੇਵਤਾ ਹੈ। ਆਤਮਾ ਹੈ ਭਾਵ ਜੀਵਾਤਮਾ ਰੂਪ ਹੈ। ਸਾਰੇ ਜੀਵਾਂ ਦੇ ਵਿੱਚ ਸਾਧ ਸੰਗਤ ਜੀ ਵਸਿਆ ਹੋਇਆ ਹੈ। ਸਾਰਿਆਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਵਾਸਾ ਹੈ। ਇਸ ਕਰਕੇ ਪਰਮੇਸ਼ਰ ਨੂੰ ਆਤਮ ਰੂਪ ਕਿਹਾ ਜਾਂਦਾ ਹੈ। ਜੀਵਾਤਮਾ ਰੂਪ ਹੈ ਪਰਮੇਸ਼ਰ। ਦੂਸਰਾ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਂਪੁਰਖ ਕੀਤਾ, ਦੇਵ ਦੇਵਾਤ ਆਤਮ ਹੈ। ਇਵੇਂ ਪਾਠ ਹੀ ਸਾਧ ਸੰਗਤ ਜੀ ਜਾਣ ਕਰਦੇ ਨੇ ਕਿ ਜਿਹੜਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਇੰਨਾ ਗੁਣ ਹੈ ਦੇਵ ਦੇਵਾਤ। ਦੇਵਾਂ ਦਾ ਅੰਤ ਕਰਨ ਵਾਲੇ ਕੌਣ ਹੈ? ਦੈਂਤ। ਦੈਂਤਾਂ ਦਾ ਤੇ ਦੇਵਤਿਆਂ ਦਾ ਵੀ ਅਕਾਲ ਪੁਰਖ ਪਰਮੇਸ਼ਰ ਜੀਵਾਤਮਾ ਰੂਪ ਹੈ, ਜਿਹੜਾ ਸਾਰਿਆਂ ਦੇ ਵਿੱਚ ਹੀ ਵਸਿਆ ਹੋਇਆ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦਾ ਗੁਣ ਹੈ। ਏਕ ਕ੍ਰਿਸ਼ਨੰ, ਕ੍ਰਿਸ ਤੋਂ ਭਾਵ ਕਹੀਏ ਮੁੜੱਪਾਪਣ, ਸਾਧ ਸੰਗਤ ਜੀ ਕਮਜ਼ੋਰੀ। ਨੰਗ ਤੋਂ ਭਾਵ ਨਹੀਂ, ਜਿਸ ਪਰਮੇਸ਼ਰ ਦੇ ਵਿੱਚ ਕਮਜ਼ੋਰੀ ਨਹੀਂ, ਮੁੜੱਪਾਪਣ ਨਹੀਂ ਤਿਆਦਕ, ਉਹ ਵਾਹਿਗੁਰੂ ਦਾ ਸ਼ੁੱਧ ਸਰੂਪ ਵਾਲਾ ਹੈ। ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਆਤਮਾ ਰੂਪ ਹੋ ਕਰਕੇ। ਆਤਮੰ ਸ੍ਰੀ ਵਾਸੁਦੇਵਸ ਜੇ ਕੋਈ ਜਾਣਸ ਭੇਵ। ਫਿਰ ਜਿਸ ਅਕਾਲ ਪੁਰਖ ਪਰਮੇਸ਼ਰ ਦਾ ਵਾਸਾ ਸਾਧ ਸੰਗਤ ਜੀ ਆਤਮ ਰੂਪ ਹੋਣ ਕਰਕੇ ਹੈ, ਜੀਵਾਤਮਾ ਰੂਪ ਹੋਣ ਕਰਕੇ ਸ੍ਰੀ ਸ਼੍ਰੋਮਣੀ ਬਾਸਾ ਦੇਣ ਵਾਲਾ ਦੇਵ ਸਾਧ ਸੰਗਤ ਜੀ ਪ੍ਰਕਾਸ਼ ਰੂਪ ਵਾਹਿਗੁਰੂ ਅਸ ਹੈ। ਇਹੋ ਜਿਹਾ ਅਕਾਲ ਪੁਰਖ ਪਰਮੇਸ਼ਰ ਜਿਸ ਦਾ ਸਾਰੀਆਂ ਜੀਵਾਤਮਾ ਰੂਪ ਦੇ ਵਿੱਚ ਵਾਸਾ ਹੈ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕੋਈ ਜੀਵ ਭੇਵ ਜਾਣ ਲਵੇ, ਜਿਹੜਾ ਕੋਈ ਵਾਹਿਗੁਰੂ ਦੇ ਭੇਦ ਨੂੰ ਰਮਜ ਨੂੰ ਸਮਝਾਣਾ ਕਰੇ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ। ਨਾਨਕ ਨਾਮ ਦੀ ਮੋਹਰ ਲਗਾ ਕਰਕੇ ਚੌਥੇ ਸ਼ਲੋਕ ਦੀ ਸੰਪੂਰਨਤਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਸੰਸਾਰ ਦੇ ਵਿੱਚ ਜਿਸ ਨੇ ਵਾਹਿਗੁਰੂ ਦੇ ਭੇਦ ਨੂੰ ਸਮਝਣਾ ਕੀਤਾ ਹੈ ਨਾ, ਜੇਕਰ ਸੰਸਾਰ ਦੇ ਵਿੱਚ ਉਸ ਦਾ ਕੋਈ ਦਾਸ ਹੈ ਤੇ ਭਾਈ ਉਹ ਸ਼ੁੱਧ ਸਰੂਪ ਪਰਮੇਸ਼ਰ
ਪਰਮੇਸ਼ਰ ਦਾ ਸਾਧ ਸੰਗ ਰੂਪ ਹੋ ਜਾਂਦਾ ਹੈ। ਕਿਸੇ ਤਰੀਕੇ ਦੇ ਨਾਲ ਉਸ ਕੁਝ ਭੇਦ ਨਹੀਂ ਰਹਿੰਦਾ। ਦੇਵ ਪ੍ਰਕਾਸ਼ ਰੂਪ ਜਿਹੜਾ ਨਿਰੰਜਨ ਮਾਇਆ ਤੋਂ ਰਹਿਤ ਹੈ, ਮਾਇਆ ਰੂਪੀ ਕਾਲਕ ਤੋਂ ਰਹਿਤ ਹੈ, ਅਜਿਹਾ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਸਾਧ ਸੰਗਤ ਜੀ ਲੀਨ ਹੋ ਜਾਂਦਾ ਹੈ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਸ਼ਲੋਕ, ਜਿਸ ਨੂੰ ਚਤੁਰ ਸ਼ਲੋਕੀ ਗੀਤਾ ਵੀ ਕਿਹਾ ਜਾਂਦਾ ਹੈ, ਇਹ ਪਾਵਨ ਪਵਿੱਤਰ ਉਪਦੇਸ਼ ਗੋਪਾਲ ਦਾਤ ਨਾਮੇ ਪੰਡਤ ਨੂੰ, ਹਰੀ ਲਾਲ ਤੇ ਕ੍ਰਿਸ਼ਨ ਲਾਲ ਦੇ ਦਾਦੇ ਨੂੰ ਸਾਧ ਸੰਗਤ ਜੀ ਇਹ ਉਪਦੇਸ਼ ਦੇ ਕਰ ਕਥਨ ਕੀਤਾ ਹੈ। ਅੱਗੇ ਕੱਲ ਦੇ ਦੀਵਾਨਾਂ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਜਿਹੜੇ 67 ਸ਼ਲੋਕ ਹਨ, ਉਹਨਾਂ ਦੀ ਸ਼ਲੋਕਾਂ ਦੀ ਰਮਤਾ ਹੋਵੇਗੀ। ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਸਾਧ ਸੰਗਤ ਜੀ ਸੰਸਾਰ ਦੀ ਨਾਸ਼ਮਾਨਤਾ, ਮੋਹ ਦਾ ਨਾਸ਼ ਕਰਨ ਵਾਸਤੇ ਪਾਵਨ ਪਵਿੱਤਰ ਉਪਦੇਸ਼ ਦ੍ਰਿੜ ਕਰਾਉਣਗੇ। ਇਹ ਆਪ ਜੀ ਇਸੇ ਤਰੀਕੇ ਦੇ ਨਾਲ ਅਤੀ ਇਕਾਗਰਤਾ ਦੇ ਨਾਲ ਗੁਰਬਾਣੀ ਦੀ ਸਾਧ ਸੰਗਤ ਜੀ ਕਥਾ ਵਿਚਾਰ ਸਰਵਣ ਕਰਨੀ। ਗੁਰਬਾਣੀ ਦੇ ਅਰਥ ਕਰਦਿਆਂ ਏਕ ਨਹੀਂ ਬੇਅੰਤ ਪ੍ਰਕਾਰ ਦੀਆਂ ਸਾਧ ਸੰਗਤ ਦੀ ਭੁੱਲਾਂ, ਗਲਤੀਆਂ, ਤਰੁੱਟੀਆਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਕੀ ਖਾਲਸਾ ਸਾਧ ਸੰਗਤ ਜੀ ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ। 2 ਪੰਕਤੀਆਂ ਪੜ੍ਹ ਕਰਕੇ ਇੱਥੇ ਸਮਾਪਤੀ ਹੈ ਜੀ। ਆਤਮੰ ਸ੍ਰੀ ਵਾਸੁਦੇਵਸ ਜੇ ਕੋਈ ਜਾਣਸ ਭੇਵ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ